हाँ जी दोस्तों, सत श्री अकाल, नमस्ते, गुड आफ्टरनून, अस्सलाम वालेकुम। ਆਪਾਂ ਅੱਜ दूसरा ਜਿਹੜਾ ਸੀਗਾ ਲੈਕਚਰ ਲਾਉਣ ਜਾ ਰਹੇ ਹਾਂ AOC ਅਕੈਡਮੀ ਦੇ ਵਿੱਚ ਆਨਲਾਈਨ। ਕੱਲ੍ਹ ਆਪਾਂ ਜਿਹੜਾ ਇਸ ਤੋਂ ਪਹਿਲਾਂ ਵਾਲਾ ਜਿਹੜਾ ਲੈਕਚਰ ਲਾਇਆ ਸੀਗਾ ਪੰਜਾਬੀ ਵਿਆਕਰਨ ਦੀ ਜਿਹੜੀ ਮੁੱਢਲੀ ਜਾਣਕਾਰੀ ਬਾਰੇ ਸੀਗਾ, ਜਿਹਦੇ ਵਿੱਚ ਆਪਾਂ ਕੁਝ ਨਾ ਕੁਝ ਧੁਨੀ ਬੋਧ ਬਾਰੇ, ਸ਼ਬਦ ਬੋਧ ਬਾਰੇ, ਵਾਕ ਬੋਧ ਬਾਰੇ ਅਤੇ ਅਰਥ ਬੋਧ ਬਾਰੇ ਮੁੱਢਲੀ ਜਿਹੜੀ ਜਾਣਕਾਰੀ ਲਈ ਸੀ। ਉਸ ਤੋਂ ਬਾਅਦ ਜਿਹੜਾ ਲੈਕਚਰ ਲਾਇਆ, ਕੁਝ ਜਿਹੜੇ ਸੀਗੇ ਚਾਹਵਾਨ ਸੱਜਣ ਸੀਗੇ, ਮਿੱਤਰ ਸੀ, ਉਹਨਾਂ ਦੀ ਇਹ ਇੱਛਾ ਸੀ ਕਿ ਧੁਨੀ ਬੋਧ ਨੂੰ ਜਿਹੜਾ ਸੀਗਾ ਹੋਰ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਉਹਦੇ ਵਿੱਚ ਗੱਲਾਂ ਰਹਿ ਗਈਆਂ ਸੀ ਉਹਨਾਂ ਨੂੰ ਪਰਿਭਾਸ਼ਿਤ ਕੀਤਾ ਜਾਵੇ, ਕਿਉਂਕਿ ਕੁਝ ਉਹਦੇ ਵਿੱਚ ਮੈਂ ਤੁਹਾਨੂੰ ਜਦੋਂ ਦੱਸ ਰਿਹਾ ਸੀਗਾ ਕਿ ਇਹਦੇ ਵਿੱਚ ਇਸ ਜਗ੍ਹਾ ਦੇ ਉੱਤੇ ਕਮੀ ਆ, ਇਹਦੇ ਵਿੱਚ ਇਸ ਜਗ੍ਹਾ ਦੇ ਵਿੱਚ ਕਮੀ ਆ, ਇਸ ਦੇ ਲਈ ਆਪਾਂ ਨੂੰ ਅਲੱਗ ਟਾਈਮ ਜਿਹੜਾ ਚਾਹੀਦਾ ਹੈਗਾ। ਉਹ ਜਿਹੜੇ ਸੀ ਵਿਦਿਆਰਥੀ ਸੀਗੇ, ਸਿੱਖਿਆਰਥੀ ਸੀਗੇ, ਉਹਨਾਂ ਦੀ ਇੱਛਾ ਸੀ ਕਿ ਉਹ ਇਸ ਦੇ ਨਾਲ ਹੀ ਅੱਜ ਕਲੀਅਰ ਕਰਾਏ ਜਾਣ। ਅਤੇ ਆਸ ਕਰਦੇ ਹਾਂ ਕਿ ਤੁਸੀਂ ਅੱਜ ਦੇ ਇਸ ਲੈਕਚਰ ਦੇ ਵਿੱਚੋਂ ਬਹੁਤ ਵਧੀਆ ਗਿਆਨ ਹਾਸਿਲ ਕਰੋਗੇ ਅਤੇ ਮੇਰੇ ਨਾਲ ਆਪਣੀਆਂ ਜਿਹੜੀਆਂ ਰਾਇਆਂ ਸਾਂਝੀਆਂ ਕਰੋਗੇ ਅਤੇ ਹੋਰ ਕਮੈਂਟ ਵਗੈਰਾ ਕਰਕੇ ਜੋ ਤੁਹਾਨੂੰ ਚਾਹੀਦਾ ਜਾਂ ਕਿਧਰੇ ਤੁਹਾਨੂੰ ਕੁਝ ਚੀਜ਼ ਸਮਝ ਨਹੀਂ ਆਏਗੀ ਉਹ ਦੱਸੋਗੇ। ਆਓ ਸ਼ੁਰੂ ਕਰੀਏ। ਹਾਂਜੀ, ਆਪਾਂ ਗੱਲ ਕਰਦੇ ਹਾਂ ਧੁਨੀ ਬੋਧ ਦੀ। ਧੁਨੀ ਬੋਧ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲੇ ਦੇ ਵਿੱਚ ਕੀ ਆ, ਖੰਡੀ ਧੁਨੀਆਂ, ਦੂਜਾ ਕੀ ਆ, ਅਖੰਡੀ। ਅੱਜ ਆਪਾਂ ਖੰਡੀ ਧੁਨੀਆਂ ਬਾਰੇ ਕਰਾਂਗੇ। ਖੰਡੀ ਧੁਨੀਆਂ ਦੇ ਵਿੱਚ ਅੱਗੇ ਜਾ ਕੇ ਕੀ ਆ ਜਾਂਦੇ ਆ, ਸਵਰ ਤੇ ਵਿਅੰਜਨ। ਇਸ ਦੇ ਵਿੱਚ ਆ ਜਾਂਦੇ ਆਪਣੇ ਨਾਸਕਤਾ, ਸੁਰ, ਬਲ ਤੇ ਸੰਗਮ। ਠੀਕ ਹੈ ਜੀ। ਆਪਾਂ ਕੀ ਅੱਜ ਕੀ ਕਰਨਾ, ਸਵਰ ਤੇ ਵਿਅੰਜਨ ਧੁਨੀਆਂ। ਇਹ ਦੇਖ ਲਓ, ਆਪਾਂ ਖੰਡੀ ਧੁਨੀਆਂ ਦਾ ਅਧਿਐਨ ਕਰਾਂਗੇ। ਆਹ ਜਿਹੜਾ ਅਲੱਗ ਟੌਪਿਕ ਦਾ ਜਿਹੜਾ ਵਿਸ਼ਾ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਚੁੱਕਿਆ ਗਾ, ਸਾਫ਼ ਕਰ ਚੁੱਕਿਆ ਗਾ ਕਿ ਹਰ ਇੱਕ ਜਿਹੜਾ ਸੀਗਾ ਪੰਜਾਬੀ ਦਾ, ਹਰ ਇੱਕ ਪੰਜਾਬੀ ਨੂੰ ਉਸ ਨੂੰ ਗੁਰਮੁਖੀ ਲਿਪੀ ਦੀ ਜਿਹੜੀ ਕਿ ਵਰਨਮਾਲਾ ਆਉਣੀ ਜ਼ਰੂਰੀ ਹੈ। ਉਹਦੇ ਵਿੱਚੋਂ ਹੀ ਅਸੀਂ ਕੀ ਇਹਨਾਂ ਚੀਜ਼ਾਂ ਦਾ ਕੀ ਖੋਜ ਕਰ ਸਕਦੇ ਹਾਂ, ਇਹਨਾਂ ਦਾ ਵਰਗੀਕਰਨ ਕਰ ਸਕਦੇ ਹਾਂ। ਆਓ ਪਹਿਲਾਂ ਆਪਾਂ ਲਿਖੀਏ ਊੜਾ ਆੜਾ। ਆੜਾ, ਈੜੀ, ਸੱਸਾ, ਹਾਂ, ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ,
कल तुहानूं दस दिता सीगा कि जदों आपां आखिरी जिहड़ी लाइन आ सस्से पैर बिंदी वाली आ वो लिखनी आ, वो किवें लिखनी आ, पहलां सस्सा फिर खੱਖੇ पैर बिंदी, उस तो बाद गग्गे पैर बिंदी, फिर जज्जे पैर बिंदी, फिर फफे पैर बिंदी ते नाल ही लल्ले पैर बिंदी। फिर तुहानूं बार बार मैं दस दांगा क्योंकि यह बहुत ही महत्वपूर्ण गल आ। लल्ले पैर बिंदी पंजाबी की मूल धुनी है, बाकी दियां फारसी विचों आईयां होईयां। हुण आपां की देखना गा कि इन्हां दा वंड करनी है, यह धुनियां कित्थों किवें काम करदियां ने, यह क्यों आ। कल इहदे बारे आपां मुੱਢਲੀ जानकारी दित्ती सी। आपां कल वांगू ही की लै लैंदे आ, इन्हां नूं वंड लैंदे आ। तुहानूं याद होना कि ਜਿਹੜੀਆਂ एक ਤਾਂ ਜਿਹੜੀ ਆਪਾਂ ਉੱਪਰਲੀ ਲਾਈਨ ਆ ਆਹ ਅੱਖਰ ਆ ਇਹਨਾਂ ਨੂੰ ਮਿਟਾ ਦੇਣਾ। क्योंकि ਇਹ ਬਾਅਦ ਦੇ ਵਿੱਚ ਜਿਹੜੇ ਇਹ ਅੱਖਰ ਆ ਇਹਨਾਂ ਦੇ ਵਿੱਚ ਆ ਜਾਣਗੇ, ਫਿੱਟ ਹੋ ਜਾਣਗੇ। ਹੇਠਲੀ ਜਿਹੜੀ ਆ ਮਿਟਾ ਦੇਣੀ ਆ। ਆਹ ਤਾਂ ਬਾਅਦ ਦਾ ਵਿੱਚ ਨਵੀਨ ਵਰਗ ਆ ਯਈਏ ਵਾਲੀ ਲਾਈਨ ਵੀ ਮਿਟਾ ਦੇਣੀ ਹੈ। ਇਹਨਾਂ ਵਿੱਚੋਂ ਅਸੀਂ ਕੀ ਕਰਾਂਗੇ, ਆਪਾਂ ਵਿਅੰਜਨ ਧੁਨੀਆਂ ਦਾ ਅਧਿਐਨ ਕਰਾਂਗੇ। ਕੱਲ ਤੁਹਾਨੂੰ ਇਹਦੇ ਨਾਲ ਇੱਕ ਗੱਲ ਹੋਰ ਦੱਸੀ ਸੀ ਕਿ ਆਹ ਜਿਹੜੇ ਅੱਖਰ ਨੇ 5 ਅੱਖਰ ਨੇ, ਇਹਨਾਂ ਦੀ ਜਿਹੜੀ ਹੋਂਦ ਹੈ ਅੱਜ ਵਿਅੰਜਨ ਧੁਨੀਆਂ ਵਾਲੀ ਨਹੀਂ, ਇਹ ਕੀ ਨੇ ਸੁਰ ਨੇ। ਇਹਨਾਂ ਦਾ ਅਧਿਐਨ ਅਲੱਗ ਹੋਊਗਾ, ਪਰ ਇਹ ਇੱਥੇ ਇਹਨਾਂ ਦੀ ਹੋਂਦ ਹਸਤੀ ਦੇ ਲਈ ਆਪਾਂ ਨੂੰ ਕੁਝ ਨਾ ਕੁਝ ਇਹਨਾਂ ਦੀਆਂ ਉਦਾਹਰਨਾਂ, ਕੁਝ ਨਾ ਕੁਝ ਇਹਨਾਂ ਦੇ ਲਈ ਜ਼ਰੂਰ ਬੋਲਣਾ ਪੈਣਾ ਗਾ। ਇਸ ਲਈ ਇਹਨਾਂ ਨੂੰ ਆਪਾਂ ਇੱਥੇ ਹੀ ਲਿਖਿਆ ਹੋਇਆ, ਪਰ ਮਿਟਾਉਂਦੇ ਨਹੀਂ ਗੇ, ਪਰ ਇਹਨਾਂ ਦੇ ਦੁਆਲੇ ਲਾਈਨ ਲਾ ਕੇ ਇਹਨਾਂ ਨੂੰ ਥੋੜ੍ਹਾ ਜਿਹਾ ਅਲੱਗ ਰੱਖ ਦਿੱਤਾ ਗਾ। ਇੱਥੇ ਹੁਣ ਇਹਨਾਂ ਨੂੰ ਇੱਥੇ ਲਾਈਨ ਲਾ ਲਓ। ਤੁਹਾਨੂੰ ਪਤਾ ਗਾ ਕਿ ਜਿਹੜਾ ਇੱਥੇ ਆਪਣੀ ਯਈਏ ਵਾਲਾ ਵਰਗ ਸੀਗਾ ਉਹਦੇ ਵਿੱਚੋਂ ਜਿਹੜੇ ਕੁਝ ਅੱਖਰ ਚੱਕ ਕੇ ਇੱਥੇ ਫਿੱਟ ਹੋਣਗੇ, ਇੱਧਰ ਜਿਹੜਾ ਵਰਗ ਸੀਗਾ ਉਸ ਦੇ ਵਿੱਚੋਂ ਕੁਝ ਅੱਖਰ ਚੱਕ ਕੇ ਇੱਧਰ ਫਿੱਟ ਹੋਣਗੇ। ਆਪਾਂ ਤੁਹਾਡੀ ਜਾਣਕਾਰੀ ਦੇ ਲਈ ਇੱਥੇ ਯਈਏ ਵਾਲਾ ਵਰਗ ਲਿਖ ਲਿਆ। ਯਈਆ ਲੱਲਾ ਇਹ ਇੱਥੇ ਸੀਗਾ ਕਿਉਂਕਿ ਇਹ ਇੱਧਰ ਆ ਕੇ ਹੀ ਇਹ ਫਿੱਟ ਹੋਣੇ ਨੇ। ਇਹਨਾਂ ਦੇ ਜਿਹੜੇ ਸੀ ਇਸ ਦੇ ਅੱਗੇ ਆ ਕੇ ਦੋ ਅੱਖਰ ਸੀਗੇ ਜਿਹੜੇ ਇਹਨਾਂ ਵਿੱਚੋਂ ਜਿਹੜੇ ਆਪਣੀਆਂ ਵਿਅੰਜਨ ਧੁਨੀਆਂ ਗਈਆਂ ਉਹ ਵੀ ਇੱਧਰ ਹੋ ਜਾਣਗੀਆਂ। ਇੱਕ ਸੀ ਹਾਹਾ, ਇੱਕ ਸੀ ਸੱਸਾ। ਸੌਰੀ, ਠੀਕ ਹੈ ਜੀ। ਆਪਾਂ ਇੱਥੇ ਕੀ ਕੱਲ ਕੀ ਲਿਖਿਆ ਸੀਗਾ, ਕੰਠੀ ਧੁਨੀਆਂ ਲਿਖਿਆ ਸੀਗਾ। ਕੰਠੀ ਜਾਂ ਕਠੋਰ ਤਾਲਵੀ। ਕਠੋਰ ਇਹ ਸੀ ਕੱਲੀਆਂ ਤਾਲਵੀ, ਕੋਮਲ ਤਾਲਵੀ, ਸੌਰੀ। ਇਹਨਾਂ ਨੂੰ ਕੱਲੀਆਂ ਤਾਲਵੀ ਵੀ ਕਿਹਾ ਜਾਂਦਾ, ਜਿਹੜੇ ਚੱਚੇ ਵਾਲੀ ਵਰਗ ਆ। ਕਈ ਵਾਰੀ ਕੁਝ ਜਿਹੜੇ ਆ ਗਏ ਮਿੱਤਰ ਆ ਗਏ ਉਹ ਅਗਲੇ ਅੱਖਰ ਜਿਹੜੇ ਆਹ ਭੁੱਲ ਜਾਂਦੇ ਆ। ਸਿਰਫ ਤੇ ਸਿਰਫ ਤੁਸੀਂ ਤੁਹਾਡਾ ਅੱਧਾ ਨੰਬਰ ਵੀ ਜਿਹੜਾ ਸੀਗਾ ਉਹ ਨਾ ਗਵਾਚੇ ਜਾਂ ਤੁਹਾਨੂੰ
ਨਾ ਉਹ ਹੋਵੇ, ਤੁਸੀਂ ਕੇਵਲ ਤੇ ਕੇਵਲ ਆਹਾ ਹੀ ਉੱਥੇ ਜਾ ਕੇ ਅੱਗੇ ਪਰਿਭਾਸ਼ਿਤ ਕਰ ਸਕਦੇ ਹੋ। ਚਲੋ ਬਾਅਦ ਦੇ ਵਿੱਚ ਉਹ ਵੀ ਜ਼ਰੂਰੀ ਨੇ, ਪਰ ਤੁਸੀਂ ਇੰਨਾ ਕਿ ਇਹ ਜ਼ਰੂਰ ਧਿਆਨ ਰੱਖਣਾ, ਜਿਹੜਾ ਚੱਚਾ ਹੈਗਾ ਇਹ ਕਠੋਰ ਤਾਲ ਵੀ ਕਿਹਾ ਜਾਂਦਾ ਜਾਂ ਇਹਨਾਂ ਨੂੰ ਕੱਲੀਆਂ ਤਾਲ ਵੀ ਕਿਹਾ ਜਾਂਦਾ। ਕਠੋਰ ਤਾਲ ਵੀ, ਤਾਲ ਵੀ। ਟੈਂਕੀ ਵਾਲੀ ਕਿਹੜੀ ਸੀ? ਉਲਟ ਜੀਭੀ। ਤੱਤਾ ਕਿਹੜਾ ਸੀ? ਦੰਤੀ। ਪੱਪੇ ਵਾਲੀ ਕਿਹੜੀ ਸੀ? ਹੋਂਠੀ। ਇਸ ਦੇ ਵਿੱਚ ਇੱਕ ਤੁਹਾਨੂੰ ਹੁਣ ਜਿਹੜੀ ਅੱਜ ਨਵੀਂ ਗੱਲ ਦੱਸਣੀ ਹੈ, ਜਾਣਦੇ ਵੀ ਹੋਵੋਗੇ ਤੁਸੀਂ, ਜਿਸ ਤਰ੍ਹਾਂ ਇਹਨਾਂ ਦਾ ਵਰਗ ਇਸ ਤਰ੍ਹਾਂ ਕੀਤਾ ਗਿਆ, ਉਸੇ ਤਰ੍ਹਾਂ ਉੱਪਰੋਂ ਹੇਠਾਂ ਵੀ ਇਹ ਵੰਡੀਆਂ ਹੋਈਆਂ ਨੇ। ਆਈ ਸਮਝ? ਉੱਪਰੋਂ ਹੇਠਾਂ ਕਿਵੇਂ ਆ ਜੀ? ਅਘੋਸ਼, ਜਿਹੜੀਆਂ ਆਹ ਕੀ ਅਘੋਸ਼ ਆ ਗਈਆਂ, ਆਹ ਵੀ ਅਘੋਸ਼ ਆ। ਜਾਂ ਇਹਨਾਂ ਨੂੰ ਕੀ ਕਿਹਾ ਜਾਂਦਾ? ਅਨਾਦੀ। ਠੀਕ ਹੈ। ਉਸ ਤੋਂ ਬਾਅਦ ਕੀ ਹੈ ਜੀ? ਇਹ ਆ ਜਾਂਦੀਆਂ ਸੰਗੋਸ਼ ਧੁਨੀਆਂ ਜਾਂ ਨਾਦੀ। ਆਹਾ ਸੀ। ਇਹ ਵੀ ਜਿਸ ਵੇਲੇ ਤੁਹਾਨੂੰ ਦੱਸਿਆ ਸੀਗਾ, ਜਦੋਂ ਇਹਨਾਂ ਦੀ ਇੱਥੇ ਇਹਨਾਂ ਨੂੰ ਰੱਖਿਆ ਗਿਆ ਵਰਨਮਾਲਾ ਦੇ ਵਿੱਚ, ਪੁਰਾਣੀ ਪੰਜਾਬੀ ਦੇ ਵਿੱਚ ਵਿਦਵਾਨਾਂ ਦਾ, ਖੋਜਕਾਰਾਂ ਦਾ ਮੰਨਣਾ, ਉਸ ਵੇਲੇ ਜਦੋਂ ਇਹਨਾਂ ਦੀ ਹਸਤੀ ਪੰਜਾਬੀ ਦੇ ਵਿੱਚ ਧੁਨੀਆਂ ਵਾਲੀ ਸੀ, ਉਸ ਵੇਲੇ ਇਹਨਾਂ ਨੂੰ ਕੀ ਸੰਗੋਸ਼ ਧੁਨੀਆਂ ਕਿਹਾ ਜਾਂਦਾ ਸੀ। ਸੰਗੋਸ਼ ਵੀ ਸੀ, ਇਹ ਵੀ ਨਾਦੀ ਧੁਨੀਆਂ ਸੀਗੀਆਂ। ਹੁਣ ਇਹਨਾਂ ਦੀ ਕੀ ਹੁੰਦਾ? ਇਹ ਸੁਰ ਵਾਲੀ ਹੈਗੀ, ਪਰ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਇਹਨਾਂ ਦਾ ਜ਼ਿਕਰ ਜ਼ਰੂਰ ਆਉਣਾ, ਭਾਵੇਂ ਇਹ ਆਪਣਾ ਧੁਨੀਆਂ ਵਜੋਂ ਹੁਣ ਪੰਜਾਬੀ ਵਿੱਚ ਮੌਜੂਦ ਨਹੀਂ, ਇਸ ਤਾਂ ਕਿ ਤੁਹਾਨੂੰ ਕਿਤੇ ਭੁਲੇਖਾ ਨਾ ਪਵੇ। ਇਹ ਲਿਖਿਆ ਹੋਇਆ ਸਪੈਸ਼ਲ ਤੁਹਾਡੇ ਇੱਥੇ ਕੀ ਹੈ, ਲਾਈਨ ਲਾਈ ਹੋਈ ਹੈ, ਇਸ ਗੱਲ ਦਾ ਧਿਆਨ ਰੱਖਣਾ। ਇਹ ਸਿਰਫ ਤੇ ਸਿਰਫ ਦਿਖਾਉਣ ਦੇ ਲਈ ਆ। ਇਹ ਆ ਕੇ ਨਾਸਕੀ ਧੁਨੀਆਂ ਨੇ, ਨਾਸਕੀ। ਹੁਣ ਇੱਕ ਗੱਲ ਆ ਗਈ, ਤੁਸੀਂ ਧਿਆਨ ਰੱਖਣੀ ਹੈ। ਕੱਲ੍ਹ ਮੈਂ ਤੁਹਾਨੂੰ ਬੋਲਿਆ ਸੀ ਕਿ ਜਿਹੜਾ ਨੀਆਂ, ਇਸ ਨੂੰ ਨਈਆਂ ਨਹੀਂ ਬੋਲਣਾ। ਇਹ ਦੁਬਾਰਾ ਗੱਲ ਤੁਹਾਨੂੰ ਦੱਸੀ ਜਾਊਗੀ। ਆਹ ਅਘੋਸ਼ ਹੈ, ਅਘੋਸ਼ ਦੇ ਨਾਲ ਕੀ ਹੈ? ਇਹ ਅਲਪ ਪ੍ਰਾਣ, ਅਲਪ ਪ੍ਰਾਣ। ਇਹ ਅਨਾਦੀ, ਅਘੋਸ਼, ਅਲਪ ਪ੍ਰਾਣ ਧੁਨੀਆਂ ਆ ਗਈਆਂ। ਆਹ ਵੀ ਅਘੋਸ਼ ਆ, ਪਰ ਇਹ ਅਲਪ ਪ੍ਰਾਣ ਨਹੀਂ, ਇਹ ਮਹਾਪ੍ਰਾਣ ਧੁਨੀਆਂ ਨੇ। ਕੀ ਨੇ? ਇਹ ਮਹਾਪ੍ਰਾਣ ਨੇ, ਆਹ ਅਲਪ ਪ੍ਰਾਣ ਨੇ। ਉਸੇ ਤਰ੍ਹਾਂ ਹੀ ਇਹ ਤੁਸੀਂ ਯਾਦ ਰੱਖਿਓ, ਜਿਵੇਂ ਇੱਥੇ ਪਹਿਲਾ ਜਿਹੜਾ ਵਰਗ ਹੈਗਾ ਇਹ ਅਘੋਸ਼ ਦਾ ਹੈਗਾ। ਪਹਿਲੇ ਦੋ ਕੀ ਆ? ਅਘੋਸ਼ ਆ ਜਾਂ ਅਨਾਦੀ ਹੈ। ਪਹਿਲੇ ਨੂੰ ਅਲਪ ਪ੍ਰਾਣ, ਦੂਜੇ ਨੂੰ ਮਹਾਪ੍ਰਾਣ। ਉਦੋਂ ਜਦੋਂ ਫਿਰ ਦੋਵੇਂ ਜਿਹੜੇ ਅਗਲੇ ਦੋ ਆ ਸੰਘੋਸ਼ ਨੇ, ਭਾਵੇਂ ਕਿ ਆਹ ਧੁਨੀਆਂ ਨਹੀਂ, ਪਰ ਵੈਸੇ ਤੁਹਾਨੂੰ ਦੱਸਣ ਲਈ ਆ, ਇਹ ਸੰਘੋਸ਼ ਨੇ। ਪਹਿਲੇ ਦੋ ਅਘੋਸ਼ ਨੇ। ਪਹਿਲੇ ਦਾ ਕੀ? ਅਲਪ ਪ੍ਰਾਣ, ਮਹਾਪ੍ਰਾਣ, ਅਲਪ ਪ੍ਰਾਣ, ਫਿਰ ਮਹਾਪ੍ਰਾਣ। ਪ੍ਰਾਣ, ਮਹਾਪ੍ਰਾਣ। ਇਹ ਚਾਰਟ ਜਿਹੜੇ ਵੱਖ-ਵੱਖ ਜਿਹੜੇ ਵਿਆਕਰਨ ਦੀਆਂ ਕਿਤਾਬਾਂ ਵਿੱਚ ਇਹ ਬਣਿਆ ਹੀ ਹੁੰਦਾ ਗਾ, ਤੇ ਥੋੜ੍ਹਾ ਜਿਹਾ ਵਿੰਗੇ ਟੇਢੇ ਢੰਗ ਦੇ ਨਾਲ ਇੱਧਰ ਉੱਧਰ ਬਣਿਆ ਹੁੰਦਾ, ਪਰ ਇਹ ਜਿਹੜਾ ਮੈਂ ਬਣਾਇਆ ਹੈ ਲਗਭਗ ਸਾਰਿਆਂ ਦੇ ਵਿੱਚੋਂ ਮੇਰੇ ਆਪਦੇ ਖੋਜ ਦੇ ਮੁਤਾਬਕ ਮੈਂ ਸਰਲ ਤੋਂ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਆਹ ਨਾਸਕੀ ਹੈ। ਹੁਣ ਆਪਾਂ ਇਹ ਦੇਖਣਾ ਹੈਗਾ ਬਈ, ਕੋਮਲ ਤਾਲਵੀ ਕੰਠੀ ਇਹ ਕੀ ਨੇ? ਇਹ ਕੱਲ ਆਪਾਂ ਬੋਲ ਲਿਆ ਸੀਗਾ ਸਾਰੇ ਦਾ ਸਾਰਾ। ਉੱਪਰਲਾ ਅਨਾਦੀ, ਸੰਘੋਸ਼, ਅਲਪ ਪ੍ਰਾਣ, ਇਹ ਕੀ ਚੀਜ਼ ਹੈ? ਇਹ ਕਿਉਂ ਇਹ ਇਸੇ ਤਰ੍ਹਾਂ ਕੀਤਾ ਗਿਆ ਹੈਗਾ? ਆਈ ਸਮਝ ਬਈ? ਤੇ ਦੂਜੀ ਗੱਲ ਮੈਂ ਤੁਹਾਨੂੰ ਕੱਲ ਜਦੋਂ ਆਪਾਂ ਬੋਲਿਆ ਸੀਗਾ, ਇਹ ਵੀ ਦੱਸਿਆ ਸੀਗਾ ਕਿ ਜਿਹੜੀ ਇਸ ਦੀ ਜਿਹੜੀ ਬਣਤਰ ਆ ਗਈ, ਇਹ ਅੱਖਰ ਇੱਥੇ ਹੀ ਕਿਉਂ ਰੱਖੇ ਗਏ ਆ? ਇਹ ਕਿਉਂ ਨਹੀਂ ਕੀਤਾ ਗਿਆ ਵੀ ਜੱਜਾ ਚੱਕ ਕੇ ਡੱਡੇ ਥੱਲੇ ਨਹੀਂ ਲਾਤਾ, ਡੱਡਾ ਚੱਕ ਕੇ ਗੱਗੇ ਥੱਲੇ ਨਹੀਂ ਲਾ ਦਿੱਤਾ? ਆਈ ਸਮਝ? ਇਹ ਆਹ ਚੀਜ਼ ਹੀ ਸੀ ਨਾ ਜਿਹੜੀ
आ कम करदी पई आ, आह कम करदी पई आ, इस ने ही इस नूं इह स्वरूप बख्शिया होयागा। हुण इस दे नाल ही की सी बई, आहा भी अपने जिहड़े आ 5 अखर रह गए, 2 अखर आह रह गए। आई समझ बई। इन्हां लई भी की है बई, संघर्षी। ठीक है, संघर्षी अखर किहड़े किहड़े आ? 2 जिहड़े आ अखर, जिहड़े दोवें सस्से, एक सस्से पैर बिंदी ते एक बिना सस्से पैर बिंदी वाला, ये दोवें ही की ने संघर्षी ने। पर इन्हां दी जीभ दे मूँह दे विच जिहड़ा उच्चारण स्थल आ ओह अलग-अलग आ। जिहड़ा सस्से पैर बिंदी आ ओह की हैगा, तालवी धुनी आगी। इस एक पासे जिहड़ा ओह तालवी है, दूजे पासे ओह संघर्षी है, इसलिए आपां इत्थे रख दिता। अपना जिहड़ा गा सीधा जिहड़ा सस्सा गा ओह किहड़ा, ओह दंती है, इस करके ओह आपां इत्थे रख दिता। आई समझ बई। हुण किहड़ा रह गया बई अपना, लल्ले रह गए। एक लल्ले पैर बिंदी रह गया ते एक लल्ला रह गया। यह की है, पार्श्विक धुनी, पार्श्विक या पासेदार। कल ही तुहानूं दस्सिया सीगा, जिहड़ा अपना लल्ले पैर बिंदी है वो किहड़ी धुनी है, वह उल्ट जीबी है। इत्थों देखो उल्ट जीबी, उपरों पार्श्विक, इत्थे आ गया लल्ले पैर बिंदी। दूसरा जिहड़ा लल्ला गा वो किहड़ा बई, वह दंती है, वह इत्थों देख लो दंती दे थल्ले आ गया। इस दा जिहड़ा लिखण दा तरीका भी सौखा, तुसीं एक बार भी, 1.5 बार भी, 2 बार भी अभ्यास कर लो, तुहानूं तुरंत जिहड़ा सारिਆਂ दा ज्ञान हो जूगा भी किहड़ा किहड़ा कित्थे आउंदा गा। फिर आ गईआं असंघर्षी धुनियां। असंघर्षी वावा ते यईया। हुण देखो वावा आपां किहड़ा बोलिया सी, वो होंठी हैगा। वावा बोलदे आ अपने बुੱਲ काम करदे आ, दंदां दे नाल जुड़दे आ। ते जित्थों ताईं मैं सही होवां, वैसे उस दा हिंदी दे विच अलग उसदा जिहड़ा व आगा उसदा बनाया गया, होंठी ते दंती अलग लिखिआ गया, पर इहदे विच इस नूं कल्ला होंठी विच ही लिखिआ गया पंजाबी वावा। ये आपां असंघर्षी दे अंदर देख लिया। यईया किहड़ा हैगा बई, यईया ओह कठोर तालवी है। राड़ा किहड़ा बई, यह फटकमा जिहड़ा सीगा अपना व्यंजन, नाल ही की है उल्ट जीबी है। जिहड़ा सीगा डाड़ा की है, ओह फटकमा गा। फटकवा उधरों अपना सीगा राड़ा गा, ओह उल्ट जीबी। आपां इत्थों इसनूं उल्ट जीबी स्थल तो इत्थों चक लिया, उपर फटकवे तो इत्थे राड़ा लिख लिया। हुण अपना इक्को एक जिहड़ा अखर रह गया, ओह आगा हाहा, रारा। रारा रह गया एक अपना, ते हाहा रह गया। रारा किहड़ा बई, यह दंती आगा ते अपना रारा रह गया ते हाहा रह गया। हाहा की है, सुरयंत्री है, ओह उसका उच्चारण स्थल आगा ओह इन्हां दे नालों भी अलग आगा।
ਜਿਹੜੀ ਆਹ ਚੀਜ਼ ਹੈ ਇਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਥੋੜਾ ਵਿਸਥਾਰਪੂਰਵਕ ਅਧਿਐਨ ਕਰਾਂਗੇ। ਇਸ ਦੀ ਅਲੱਗ ਪਰਿਭਾਸ਼ਾ, ਇਸ ਦੀ ਅਲੱਗ ਪਰਿਭਾਸ਼ਾ। ਇਹ ਆਪਣਾ ਅੱਖਰਾਂ ਨੂੰ ਅਲੱਗ ਸਥਾਨ ਦਿੰਦੇ ਨੇ ਤੇ ਇਹ ਅਲੱਗ ਸਥਾਨ ਦਿੰਦੇ ਨੇ। ਜਿਹੜਾ ਹਾਹਾ ਗਾ ਉਸ ਦਾ ਉਚਾਰਨ ਸਥਲ ਸਾਡੇ ਗਲ ਦੇ ਵਿੱਚ ਕੀ ਚੀਜ਼ ਹੈ। ਜਿਹੜੇ ਆਹ ਚੀਜ਼ ਸਾਨੂੰ ਦੱਸ ਰਹੀ ਹੈ, ਇਹ ਸਾਨੂੰ ਦੱਸ ਰਹੀ ਹੈ ਕਿ ਸਾਡੇ ਗਲ ਦੇ ਵਿੱਚ ਜੀਭ ਕਿੱਥੇ ਜਾਂ ਗਲਾ ਕਿੱਥੇ ਕੰਮ ਕਰਦਾ ਪਿਆ ਗਾ, ਇਹ ਦੱਸਦੀ ਹੈ। ਆਹ ਜਿਹੜੀ ਅਘੋਸ਼ ਪ੍ਰਾਣ, ਅਘੋਸ਼ ਅਲਪ ਪ੍ਰਾਣ, ਇਹ ਜਾਂ ਸੰਘੋਸ਼ ਮਹਾ ਅਲਪ ਪ੍ਰਾਣ, ਇਹ ਸਾਰੀਆਂ ਚੀਜ਼ਾਂ ਦੱਸਦੀਆਂ ਕਿ ਜਿਹੜੀ ਆਵਾਜ਼ ਹੈ ਉਹ ਸਾਡੇ ਜਿਹੜੀ ਜੀਭ ਆ ਜਾਂ ਸੰਘ ਆ ਉਹਨਾਂ ਦੇ ਕਿਹੜੀਆਂ ਮਾਸਪੇਸ਼ੀਆਂ ਤੇ ਜਿਹੜੀਆਂ ਸੁਰ ਤੰਦਾਂ ਦੇ ਉੱਤੇ ਕਿਵੇਂ ਆਪਦਾ ਪ੍ਰਭਾਵ ਪਾਉਂਦੀ ਹੈ। ਜਿਹੜਾ ਹਾਹਾ ਗਾ ਉਹ ਕੀ ਆ ਉਹ ਨਾਂ ਤਾਂ ਕੀ ਆ ਬਈ, ਕੰਠੀ ਆ ਨਾ ਆਪਣਾ ਤਾਲਵੀ ਆ ਨਾ ਉਲਟ ਜੀਬੀ ਹੈ, ਉਹ ਸੁਰ ਯੰਤਰੀ ਹੈ। ਸੁਰ ਯੰਤਰੀ। ਇਸ ਨੂੰ ਆਪਾਂ ਕਿੱਥੇ ਰੱਖ ਲਾਂਗੇ, ਹਾਹਾ ਨਾਲ ਹੀ ਕੀ ਹੈ, ਇਹ ਸੰਘਰਸ਼ੀ ਹੈ। ਤੇ ਹੁਣ ਆਪਣਾ ਰਹਿ ਗਿਆ ਰਾਰਾ। ਰਾਰਾ ਕਿਹੜਾ ਗਾ, ਇਹ ਕੰਬਮਾਂ ਗਾ। ਜਿਹੜਾ ਵੀ ਰਾਰਾ ਗਾ ਹੁਣ ਉਹ ਕੀ ਹੈਗਾ, ਕੰਬਮਾਂ ਗਾ ਤੇ ਇੱਕ ਨਾਲ ਹੀ ਕੀ ਹੈ ਉਹ ਦੰਤੀ ਹੈਗਾ। ਉਸ ਨੂੰ ਬੋਲ ਕੇ ਦੇਖੋ, ਯਈਆ ਆਹ ਆਪਣਾ ਤੱਤਾ ਥੱਥਾ ਦੱਦਾ ਧੱਦਾ ਨੰਨਾ ਸੱਸਾ ਲੱਲਾ ਰਾਰਾ। ਕੰਬਵੇਂ ਇੱਥੋਂ ਦੇਖ ਲਓ, ਦੰਤੀ ਤੋਂ ਆਪਾਂ ਕੀ ਉਹ ਅਲਪ ਪ੍ਰਾਣ ਵੀ ਨਹੀਂ, ਮਹਾਪ੍ਰਾਣ ਵੀ ਨਹੀਂ, ਪਾਰਸ਼ਵਿਕ ਵੀ ਨਹੀਂ, ਸੰਘਰਸ਼ੀ ਵੀ ਨਹੀਂ, ਫਟਕਵਾਂ ਵੀ ਨਹੀਂ, ਕੰਬਵਾਂ ਵੀ ਨਹੀਂ, ਰਾਰਾ ਇੱਥੇ ਆ ਗਿਆ। ਦੇਖ ਲਓ ਇਹ ਸੀ ਆਪਣਾ ਇੱਕ ਮੁਕੰਮਲ ਪੂਰਾ ਚਾਰਟ ਜਿਹੜਾ ਸੀਗਾ। ਇਹਦੇ ਬਾਬਤ ਬਹੁਤ ਸਾਰੇ ਜਿਹੜੇ ਆਗੇ ਪ੍ਰਸ਼ਨ ਆਗੇ ਇਹਦੇ ਵਿੱਚੋਂ ਹੀ ਬਣ ਜਾਂਦੇ ਆਗੇ। ਇਹ ਤੁਸੀਂ ਚਾਰਟ ਨੂੰ ਸਮਝੋ, ਕਿਉਂਕਿ ਇਹਦੇ ਵਿੱਚੋਂ ਹੀ ਤੁਹਾਡੇ ਤੋਂ ਪ੍ਰਸ਼ਨ ਸਿੱਧਾ ਪੁੱਛਿਆ ਜਾ ਸਕਦਾ। ਪੰਜਾਬੀ ਦੀਆਂ ਦੰਤੀ ਧੁਨੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਇਹ ਇਸੇ ਚਾਰਟ ਦਾ ਤੁਹਾਨੂੰ ਮੁਕੰਮਲ ਗਿਆਨ ਹੈਗਾ। ਤੁਸੀਂ ਸਿੱਧਾ ਇੱਥੋਂ ਲੈ ਦੇਖ ਲਓਗੇ, ਤੱਤਾ ਥੱਥਾ ਦੱਦਾ ਨੰਨਾ ਨਹੀਂ ਬੋਲਣਾ, ਧੱਦਾ ਨਹੀਂ ਬੋਲਣਾ, ਨੰਨਾ ਸੱਸਾ ਲੱਲਾ ਰਾਰਾ। ਤੁਸੀਂ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਵੈਸੇ ਕਰ ਲਓ, ਕਿੰਨੀਆਂ ਬਣ ਗਈਆਂ, 1 2 3 4 5 6 7 ਕੀ ਜਿਹੜੀਆਂ ਦੰਤੀ ਧੁਨੀਆਂ 7 ਆ ਗਈਆਂ। ਹੁੰਠੀ ਕਿੰਨੀਆਂ ਆ ਗਈਆਂ, ਪੱਪਾ ਫੱਫਾ ਬੱਬਾ ਮੰਮਾ ਤੇ ਵਾਹ ਵਾਹ 5 ਆ ਗਈਆਂ। ਸੁਰ ਯੰਤਰੀ 1 ਹੀ ਆ ਗਈ। ਜਿਹੜੀਆਂ ਤਾਲਵੀ ਆ ਗਈਆਂ ਜਾਂ ਕਠੋਰ ਤਾਲਵੀ ਆ, ਚੱਚਾ ਛੱਛਾ ਜੱਜਾ ਯਈਆਂ ਸੱਸੇ ਪੈਰਬੰਦੀ ਸ਼ੈਕ ਤੇ ਯਈਆ। ਆਈ ਸਮਝ। ਜਿਹੜੀਆਂ ਆਪਣੀ ਕੋਮਲ ਤਾਲਵੀ ਆ, ਕੱਕਾ ਖੱਖਾ ਗੱਗਾ ਨੀਆਂ, ਇਹ ਆਪਣੀਆਂ ਕੇਵਲ 4 ਹੀ ਧੁਨੀਆਂ ਨੇ। ਇਹ ਸਾਰੇ ਦਾ ਸਾਰਾ ਤੁਹਾਨੂੰ ਆਉਣਾ ਚਾਹੀਦਾ, ਉਮੀਦ ਕਰਦਾ ਬਹੁਤ ਸਾਰੇ ਸੱਜਣਾਂ ਨੂੰ ਆਉਣਾ। ਹੁਣ ਇਹਦੇ ਵਿੱਚੋਂ ਸਵਾਲ ਉਪਜਦਾ ਕਿ ਆਹ ਤਾਂ ਆਪਾਂ ਕੱਲ੍ਹ ਪਰਿਭਾਸ਼ਿਤ ਕਰ ਲਿਆ ਸੀ, ਤੁਹਾਨੂੰ ਮੈਂ ਜਿਹੜਾ ਸੀਗਾ ਇੱਕ ਤਰੀਕੇ ਦੇ ਆਪਣੇ ਮੂੰਹ ਦੇ ਜੀਭ ਦੇ ਅਹਿਸਾਸ ਦੇ ਦੁਆਰਾ ਉਹਨੂੰ ਟੱਚ ਕਰਕੇ ਦੱਸ ਦਿੱਤਾ ਸੀਗਾ ਵੀ ਇਹ ਕਿੱਥੇ ਆ ਕੇ ਕਿਵੇਂ ਕੰਮ ਕਰਦੀ ਹੈ। ਹੁਣ ਸਵਾਲ ਉੱਠਦਾ ਵੀ ਅਨਾਦੀ ਜਾਂ ਅਘੋਸ਼ ਕੀ ਚੀਜ਼ ਹੈ, ਅਲਪ ਪ੍ਰਾਣ ਕੀ ਚੀਜ਼ ਹੈ। ਆਪਾਂ ਉਸ ਬਾਰੇ ਕੀ ਆ ਥੋੜ੍ਹਾ ਜਿਹਾ ਉਸ ਨੂੰ ਪਰਿਭਾਸ਼ਿਤ ਕਰ ਲਈਏ ਕਿ ਤੁਹਾਨੂੰ ਉਸ ਦਾ ਪਤਾ ਲੱਗ ਜਾਵੇ। ਉਮੀਦ ਕਰਦਾ ਕਿ ਇਹ ਸਾਰੇ ਦਾ ਸਾਰਾ ਤੁਸੀਂ ਇਹ ਦੇਖ ਲਿਆ ਹੋਊਗਾ। ਮੈਂ ਤੁਹਾਡੇ ਤੋਂ ਮਟੇਨ ਦੀ ਇਸ ਨੂੰ ਇਜਾਜ਼ਤ ਲੈਣਾ ਗਾ, ਕਿਉਂਕਿ ਇਹ ਆਪਾਂ ਥੋੜ੍ਹਾ ਜਿਹਾ ਲਿਖ ਕੇ ਇਹਨਾਂ ਨੂੰ ਪਰਿਭਾਸ਼ਿਤ ਕਰ ਲਵਾਂਗੇ। ਉਸ ਤੋਂ ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਫਿਰ ਦੱਸ ਦਿੰਦਾ ਗਾ, ਆਹ ਨਾਸਕੀ ਹੈ, ਆਹ ਸੰਘਰਸ਼ੀ ਹੈ, ਆਹ ਪਾਰਸ਼ਵਿਕ ਹੈ, ਆਹ ਅਸੰਘਰਸ਼ੀ ਹੈ, ਆਹ ਫਟਕਮਾ ਤੇ ਆਹ ਕੰਬਮਾਂ ਗਾ। ਆਈ ਸਮਝ। ਜਿਹੜੀ ਇਸ ਤੋਂ ਪਹਿਲਾਂ ਆਪਾਂ ਜਿਹੜੇ ਇਹਦੇ ਅੱਖਰ ਹੇਠਾਂ ਲਿਖੇ ਸੀਗੇ ਉਹ ਤੁਸੀਂ ਆਪਦੇ ਧਿਆਨ ਵਿੱਚ ਇਹ ਗੱਲ ਰੱਖਣੀ ਹੈ, ਕਿਉਂਕਿ ਉਹਨਾਂ ਦਾ ਵਾਰ-ਵਾਰ ਜਿਹੜਾ ਜ਼ਿਕਰ ਆਊਗਾ। ਆਹ ਇੱਧਰਲਾ ਜਿਹੜਾ ਕੱਲ੍ਹ ਮੈਂ ਬੋਲਿਆ ਸੀ ਉਹ ਵੀ ਧਿਆਨ ਵਿੱਚ ਰੱਖਣਾ। ਹੁਣ ਆਪਾਂ ਦੇਖਣਾ ਜਿਹੜੀ ਅਨਾਦੀ ਜਾਂ ਅਘੋਸ਼ ਕੀ ਚੀਜ਼ ਹੈ। ਇਸ ਨੂੰ ਅਨਾਦੀ ਵੀ ਕਿਹਾ ਜਾਂਦਾ ਤੇ ਅਘੋਸ਼ ਵੀ ਕਿਹਾ ਜਾਂਦਾ। ਇਹ ਕੀ ਸ਼ੈ ਆ ਗਈ?
इस नूं आपां ज़्यादा विस्तार च ना लाइए क्योंकि काफ़ी जिहड़ा यह लम्मा हो जाऊगा। इहदा आपां सिंपल जिहड़ी सुर तंद हुंदी है, सुर तंद का मतलब वो मांसपेशी जिथों जो हरकत करती है किसी अखर दे जां धुनी दे उचारण वेले, जदों ओह की आगा उस दे विच नाद पैदा होवे, कंपन पैदा होवे, ओह हुंदी है सगोश हुंदी है जां नादी हुंदी है। ते जदों ओह कंपन जां नाद ना पैदा होवे ओह की हुंदी है, अघोष हुंदी है। क्योंकि आपस विच दी दोवें ही संबंधित ने। जदों जिथों किसी भी धुनी दी अपने मूँह दे विचों आपां उचारण करते हैं, गले दे विच जिस मांसपेशी है जिहड़ी सुर तंद आ, दोबारा तुहानूं दस्सण जा रहे हैं, उस दे उचारण वेले उहदे विच नाद पैदा होवे, घोष पैदा होवे, कंपन पैदा होवे, उस नूं की कहा जांदा? संघोष कहा जांदा जां उस नूं नादी कहा जांदा। ते इस दा आपां उल्ट कर लईए, उस नूं अघोष कहा जाऊगा जां अनादी कहा जाऊगा। अघोष जदों सुर विच किसी उम्मीद करदा तुहाडा यह क्लीयर हो गया होगा। यह इसकी बिल्कुल सधारण तो सधारण की चीज़ है, इसकी व्याख्या आ गई तो सटीक है लगभग। तो इस तो इलावा इसनूं होर भी वड्डा करके दस्सिया जा सकदा, पर आसानी दे नाल यह चीज़ समझनी होवे तां यह चीज़ अपने दिमाग दे विच बिठा लिओ। हुण इहदे विच्चों अपने जिहड़ियां सीगियां 4 लाइनां सीगियां जिहड़ियां सीगियां ओह क्लीयर हो गईयां। दोवां दे विच की संघोष आउंदा ते दोहां दे विच की आउंदा? अघोष आउंदा। आई समझ? इत्थे थोड़ा जिहा आपदे दिमाग दे विच रखिओ। उम्मीद करदा तुसीं उस दे विचों अपना स्क्रीनशॉट लै लिओ जां वैसे ही लिख लिओ जां तुहाडे कोले जिहड़ा चार्ट होऊगा। हुण रह गई अल्प प्राण दी अते महाप्राण दी गल। अल्प प्राण ते महाप्राण। इन्हां दोवां दी आपां इकट्ठी ही इत्थे की लिख लैंदे आ। हुण की आ, एक तां अपने जदों आपां किसी धुनी दा उचारण कीता उत्थे की होया? कंपन पैदा हुई। एक ते उत्ते कंपन जां नाद जां घोष पैदा नहीं होया। एक तां इह गल वापर रही है। दूसरी गल यह कि उस दे उचारण वेले
ਉੱਥੋਂ ਹਵਾ ਗੀ ਜਿਹੜੀ ਆ ਸਾਡਾ ਸਾਹ ਕਿਸ ਤਰੀਕੇ ਦੇ ਨਾਲ ਨਿਕਲਿਆ, ਉਹ ਕੀ ਚੀਜ਼ ਦੱਸੂਗੀ, ਉਹ ਅਲਪ ਪ੍ਰਾਣ ਤੇ ਮਹਾਪ੍ਰਾਣ। ਜੇਕਰ ਉਹ ਸਾਹ ਸਾਡਾ ਯਕਦਮ ਫਰਾਟੇ ਦੇ ਨਾਲ ਨਿਕਲਦਾ ਤਾਂ ਉਸ ਨੂੰ ਅਸੀਂ ਕੀ ਕਹਿ ਸਕਦੇ ਹਾਂ, ਮਹਾਪ੍ਰਾਣ ਕਹਿ ਸਕਦੇ ਹਾਂ। ਜੇਕਰ ਉਹ ਬਿਨਾਂ ਫਰਾਟੇ ਤੋਂ ਨਿਕਲਦਾ ਤਾਂ ਉਸ ਨੂੰ ਅਸੀਂ ਸਧਾਰਨ ਤਰੀਕੇ ਦੇ ਨਾਲ ਅਲਪ ਪ੍ਰਾਣ ਧੁਨੀ ਕਹਿ ਸਕਦੇ ਹਾਂ। ਜਦੋਂ ਕਿਸੇ ਜਦੋਂ ਫਰਾਟੇ ਨਾ ਨਿਕਲੇ ਇੱਥੇ ਵਿਸ਼ੇਸ਼ ਜਿਹੜੀ ਨੋਟ ਕਰਨ ਵਾਲੀ ਗੱਲ ਆ, ਇਹਦੇ ਵਿੱਚ ਆਪਾਂ ਸੁਰ ਤੰਦ ਦਾ ਖਾਸ ਰੂਪ ਦੇ ਵਿੱਚ ਜ਼ਿਕਰ ਕੀਤਾ ਗਾ, ਕਿਉਂਕਿ ਉਸ ਹਰਕਤ ਦੇ ਵਿੱਚ ਆਈ ਸੀਗੀ, ਉਹ ਉਸ ਦੇ ਵਿੱਚ ਕੰਪਨ ਪੈਦਾ ਹੋਈ ਗਲੇ ਦੇ ਵਿੱਚ, ਆਪਣੇ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀਗਾ। ਉਸ ਤੋਂ ਬਾਅਦ ਸਾਹ ਨਿਕਲਣਾ ਸਪੈਸ਼ਲ ਇਹਦੇ ਵਿੱਚ ਖਾਸ ਰੂਪ ਵਿੱਚ ਜ਼ਿਕਰ ਆਗਾ, ਉਸ ਨੂੰ ਕੀ ਕਿਹਾ ਜਾਂਦਾ, ਅਲਪ ਪ੍ਰਾਣ। ਫਰਾਟੇ ਨਾਲ ਨਿਕਲਦੀ ਅਲਪ ਪ੍ਰਾਣ, ਜਦੋਂ ਉਹ ਆਰਾਮ ਨਾਲ ਹੀ ਨਿਕਲੀ ਕੀ ਉਹ ਹੋ ਗਈ ਬਈ, ਉਹ ਆਰਾਮ ਨਾਲ ਨਿਕਲੀ ਤਾਂ ਉਹ ਕੀ ਆ, ਅਲਪ ਪ੍ਰਾਣ। ਫਰਾਟੇ ਨਾਲ ਨਿਕਲੀ ਆ ਕਿੱਥੋਂ, ਸੁਰ ਤੰਦ ਤੋਂ, ਤਾਂ ਕੀ ਹੋ ਗਿਆ, ਸੁਰ ਤੰਦ ਨੇ ਕਿ ਉਹ ਫੁੱਲ ਗਈ, ਉਹ ਹਰਕਤ ਦੇ ਵਿੱਚ ਆਈ, ਉੱਥੋਂ ਜਿਹੜੀ ਨਿਕਲੀ ਆ ਉਹ ਫਰਾਟੇ ਨਾਲ ਫਿਰ ਮਹਾਪ੍ਰਾਣ ਧੁਨੀ ਹੋ ਗਈ। ਉਮੀਦ ਕਰਦਾ ਤੁਹਾਨੂੰ ਇਹ ਜਿਹੜੀ ਪਰਿਭਾਸ਼ਾ ਸਮਝ ਆ ਗਈ ਹੋਗੀ। ਥੋੜ੍ਹੀ ਜਿਹੀ ਇਸ ਦੀ ਆਪਾਂ ਉਦਾਹਰਨ ਲੈ ਲਈਏ, ਉਹ ਅੱਗੇ ਵਧਣ ਤੋਂ ਪਹਿਲਾਂ ਆਪਾਂ ਇਹਨਾਂ ਦੇ ਜਿਹੜੇ ਥੱਲੇ ਜਿਹੜੇ ਸੀਗੇ ਦੋ ਦੋ ਜਿਹੜੇ ਸੀ ਅੱਖਰ ਆ ਗਏ, ਉਹ ਦੁਬਾਰਾ ਲਿਖ ਲੈਂਦੇ ਆ। ਪਹਿਲਾਂ ਕਿਹੜਾ ਸੀਗਾ, ਕੱਕਾ ਸੀਗਾ, ਖੱਖਾ ਸੀਗਾ, ਗੱਗਾ ਸੀਗਾ। ਚੱਲ ਘੱਗਾ ਨਹੀਂ ਲਿਖਦੇ, ਆਹ ਤਾਂ ਲਿਖਣ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਆਪਾਂ ਆਹ ਤਿੰਨਾਂ ਦੇ ਹੀ ਅਧਿਐਨ ਕਰਨਾ। ਘੱਗਾ ਲਿਖ ਲੈਂਦੇ, ਪਰ ਇਹ ਹੁਣ ਸੰਗੋਸ਼ ਮਹਾਪ੍ਰਾਣ ਧੁਨੀ ਨਹੀਂ ਗੀ। ਇਹਦੇ ਬਾਬਤ ਕੱਲ੍ਹ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੱਸਿਆ ਸੀਗਾ। ਇੱਥੇ ਚੱਚਾ ਲਿਖ ਲੈਂਦੇ ਆ, ਛੱਛਾ, ਜੱਜਾ ਤੇ ਝੱਜਾ। ਆਪਣੇ ਜਿਹੜੇ ਸਿਰਫ ਇਹਨਾਂ ਧੁਨੀਆਂ ਦਾ ਹੀ ਆਪਾਂ ਥੋੜ੍ਹੀ ਜਿਹੀ ਉਦਾਹਰਨ ਵਜੋਂ ਤੁਹਾਨੂੰ ਜਿਹੜਾ ਦੱਸਦੇ ਹਾਂ। ਹੁਣ ਤੁਹਾਨੂੰ ਦੱਸੀ ਆ ਅਘੋਸ਼ ਦੀ ਪਰਿਭਾਸ਼ਾ ਦੱਸੀ ਆ, ਅਨਾਦੀ ਦੀ ਦੱਸੀ ਹੈ, ਤੇ ਅਲਪ ਦੀ ਜਿਹੜੀ ਆ ਅਲਪ ਪ੍ਰਾਣ ਦੀ ਦੱਸੀ ਹੈ। ਉੱਪਰੋਂ ਹੇਠਾਂ ਵੱਲ ਆਵਾਂਗੇ, ਕੱਕਾ, ਚੱਚਾ, ਜਿਹੜਾ ਸੀ ਇਸ ਤੋਂ ਜਿਹੜੀ ਹੇਠਲੀ ਲਾਈਨ ਉਹ ਆਹ ਨਹੀਂ। ਆਪਾਂ ਕੱਕੇ ਦਾ ਉਚਾਰਨ ਕੀਤਾ ਕੱਕਾ, ਨਾਲ ਹੀ ਕੀ ਸੀਗਾ ਇੱਥੇ, ਕੀ ਹੈ ਇਹ, ਕੰਠੀ ਧੁਨੀ ਆ। ਇਹ ਕੰਠੀ ਦਾ ਵੀ ਕੱਲ੍ਹ ਤੁਹਾਨੂੰ ਦੱਸ ਦਿੱਤਾ ਸੀ। ਇਹ ਇਸ ਚੀਜ਼ ਨੂੰ ਪਰਿਭਾਸ਼ਿਤ ਕਰਦੀ ਆ ਕਿ ਮੂੰਹ ਦੇ ਵਿੱਚ ਕਿਸੇ ਧੁਨੀ ਦੇ ਉਚਾਰਨ ਵੇਲੇ ਜਿਹੜੀ ਸਾਡੀ ਜੀਭ ਆ ਕਿੱਥੇ ਜਾ ਕੇ ਲੱਗ ਗਈ ਹੈ। ਆਈ ਸਮਝ? ਇੱਕ ਇਹ ਗੱਲ ਆ। ਆਹ ਇਹ ਚੀਜ਼ ਦੱਸਦੀ ਆ ਕਿ ਕਿਸੇ ਧੁਨੀ ਦੇ ਉਚਾਰਨ ਵੇਲੇ ਸਾਡੇ ਮੂੰਹ ਦੇ ਵਿੱਚੋਂ ਹਵਾ ਕਿਸ ਤਰੀਕੇ ਦੇ ਨਾਲ ਨਿਕਲੀ, ਉਸ ਨੇ ਕਿੱਥੇ ਜਾ ਕੇ ਦਬਾਅ ਪਾਇਆ ਸੁਰ ਤੰਦਾਂ ਦੇ ਉੱਤੇ। ਆਈ ਸਮਝ? ਦੁਬਾਰਾ ਫਿਰ ਤੁਹਾਨੂੰ ਦੱਸਦਾ, ਜਿਹੜਾ ਇੱਥੇ ਆਪਣੇ ਲਿਖਿਆ ਗਾ ਚਾਰਟ ਦੇ ਇੱਧਰ ਜਿਹੜੇ ਲਿਖੇ ਜਾਣਗੇ ਸਾਰੇ, ਕੰਠੀ ਜਿਹੜੀ ਅਸੀਗਾ ਤਾਲਵੀ, ਹੋਂਠੀ ਜਾਂ ਦੰਤੀ, ਉਹ ਇਸ ਨੇ ਇਹ ਦੱਸਣਾ ਗਾ ਕਿ ਸਾਡੇ ਮੂੰਹ ਦੇ ਜਿਹੜੇ ਅੰਗ ਆਗੇ ਕਿਸੇ ਧੁਨੀ ਦੇ ਉਚਾਰਨ ਵੇਲੇ ਕਿਹੜੇ ਕਿਹੜੇ ਆਪਸ ਵਿੱਚ ਦੀ ਟਕਰਾਏ। ਤੇ ਜਿਹੜੇ ਆਹ ਗਏ, ਆਹ ਸਾਰੇ ਦਾ ਸਾਰੇ ਉੱਪਰ ਲਿਆ, ਇਹਨਾਂ ਨੇ ਇਹ ਗੱਲ ਦੱਸਣੀ ਹੈ ਕਿ ਜਿਹੜੇ
ਸਾਡੇ ਮੂੰਹ ਦੇ ਵਿੱਚੋਂ ਹਵਾ ਜਾਂ ਜਿਹੜਾ ਸੀਗਾ ਹਵਾ ਦਾ ਉਚਾਰਨ, ਉਸ ਦੀ ਧੁਨ ਕਿ ਦਬਾਅ ਕਿੱਥੇ ਆਇਆ, ਆਈ ਸਮਝ ਬਈ। ਇਸ ਵਜ੍ਹਾ ਕਰਕੇ ਇਸ ਨੂੰ ਇਸੇ ਤਰੀਕੇ ਦੇ ਨਾਲ ਬਣਾਇਆ ਗਿਆ ਗਾ। ਕੰਠੀ ਹੈਗਾ ਕੱਕਾ, ਜਿਹੜੀ ਜੀਭ ਆ ਸਾਡੀ ਕੰਠ ਦੇ ਨਾਲ ਲੱਗ ਗਈ, ਜਾਂ ਕੋਮਲ ਤਾਲ ਵੀ ਕਿਹਾ ਜਾਂਦਾ। ਅਲਪ ਪ੍ਰਾਣ ਵੀ ਹੈ ਇਹ। ਅਲਪ ਪ੍ਰਾਣ ਕੀ, ਤੁਹਾਨੂੰ ਇਸ ਦੀ ਜਿਹੜੀ ਪਰਿਭਾਸ਼ਾ ਦੱਸੀ ਹੈ ਅਘੋਸ਼ ਦੀ ਦੱਸੀ ਆ। ਹੁਣ ਜਿਹੜੀ ਸਾਡੀ ਸੁਰ ਤੰਦ ਸੀ ਗਿਆ, ਜਿੱਥੇ ਉਸਨੇ ਗਲੇ ਨੇ ਕੰਮ ਕੀਤਾ, ਜਿਹੜਾ ਸੀ ਅਨਾਦੀ ਸੀ, ਅਘੋਸ਼ ਸੀਗੀ, ਉੱਥੇ ਕੀ ਆ, ਕੰਪਨ ਨਹੀਂ ਪੈਦਾ ਹੋਏਗੀ। ਅਘੋਸ਼ ਆ ਇਹ, ਘੋਸ਼ ਨਹੀਂ ਪੈਦਾ ਹੋਏਗੀ, ਨਾਦ ਨਹੀਂ ਪੈਦਾ ਹੋਇਆਗਾ। ਇਸ ਵਜ੍ਹਾ ਕਰਕੇ ਨਾਦ ਆ। ਕੱਕਾ ਇਹ ਨਾਲ ਹੀ ਕੀ ਆਗਾ, ਅਲਪ ਪ੍ਰਾਣਾ ਕੱਕਾ, ਸਿੱਧੀ ਹਵਾ ਬਾਹਰ ਨਿਕਲ ਗਈ। ਹੁਣ ਜਿਹੜਾ ਗਈ ਇਹ ਵੀ ਅਘੋਸ਼ ਆ। ਖੱਖੇ ਵੇਲੇ ਵੀ ਕੀ ਆ, ਖੱਖਾ। ਇੱਥੇ ਵੀ ਕੀ ਆ, ਇਹ ਵੀ ਅਨਾਦੀ ਆ। ਇੱਥੇ ਵੀ ਸਾਡੀ ਜਿਹੜੀ ਸੁਰ ਤੰਦ ਸੀਗੀ, ਉਸ ਦੇ ਵਿੱਚ ਕੀ ਆ ਬਈ, ਨਾਦ ਜਾਂ ਜਿਹੜੀ ਕੰਪਨ ਨਹੀਂ ਪੈਦਾ ਹੋਈ। ਪਰ ਇੱਥੇ ਕੀ ਜਿਹੜਾ ਸੀਗਾ ਮਹਾਪ੍ਰਾਣ, ਜਿਹੜੀ ਇਹਦੇ ਦਵਾ ਚੀਜ਼ ਲੱਗ ਗਈ, ਉਸ ਨੇ ਖੱਖਾ ਬੋਲਿਆ। ਆਪਾਂ ਮੂੰਹ ਦੇ ਵਿੱਚੋਂ ਜਿਹੜੀ ਹਵਾ ਉਹ ਝਟਕੇ ਦੇ ਨਾਲ, ਫਰਾਟੇ ਦੇ ਨਾਲ ਬਾਹਰ ਆਈ। ਇਹਨਾਂ ਦੋਹਾਂ ਦੇ ਵਿੱਚ ਇਹ ਸਾਂਝ ਆ ਕਿ ਇਹ ਦੋਵੇਂ ਹੀ ਕੀ ਨੇ, ਅਨਾਦੀ ਨੇ ਇਹ ਬਈ, ਜਾਂ ਅਘੋਸ਼ ਨੇ। ਇਹਨਾਂ 'ਚ ਅੰਤਰ ਕੀ ਚੀਜ਼ ਆ, ਇਹ ਕੀ ਹੈਗਾ, ਇਹ ਇੱਕ ਆ ਉਹ ਅਲਪ ਪ੍ਰਾਣ ਤੇ ਇੱਕ ਮਹਾਪ੍ਰਾਣ ਆ ਗਈ। ਆਈ ਸਮਝ ਬਈ। ਇਹਨਾਂ ਵਿੱਚ ਸਾਂਝ ਕੀ ਚੀਜ਼ ਹੋ ਗਈ ਬਈ, ਇਹ ਸਾਂਝੀ ਚੀਜ਼ ਕੀ ਹੈ, ਇਹ ਕੀ ਆ, ਅਨਾਦੀ ਨੇ। ਇਹ ਅਘੋਸ਼ ਨੇ ਜਾਂ ਅਨਾਦੀ ਨੇ। ਇਹਨਾਂ ਦਾ ਉਚਾਰਨ ਕੱਕਾ ਖੱਖਾ। ਤੇ ਇਹਨਾਂ ਦੇ ਵਿੱਚ ਜਿਹੜਾ ਸੀ ਅੰਤਰ ਕੀ ਚੀਜ਼ ਆ, ਇਹਨਾਂ ਦੇ ਵਿੱਚ ਇਹ ਕੀ ਆ, ਇੱਕ ਮਹਾਪ੍ਰਾਣ ਆ ਤੇ ਇੱਕ ਅਲਪ ਪ੍ਰਾਣ ਆ। ਆਈ ਸਮਝ। ਇਹਨਾਂ ਦੋਹਾਂ ਦੇ ਵਿੱਚ ਇਹ ਅੰਤਰ ਆ। ਤੁਹਾਨੂੰ ਇਹ ਬਰੀਕ ਤੋਂ ਬਰੀਕ ਜਿਹੜਾ ਸੀ ਪ੍ਰਸ਼ਨ ਵੀ ਇਹ ਪੁੱਛਿਆ ਜਾ ਸਕਦਾ, ਜਾਂ ਤੁਹਾਨੂੰ ਇਸ ਦਾ ਨੂੰ ਪਰਿਭਾਸ਼ਿਤ ਕਰਨ ਦੇ ਲਈ ਕਿਹਾ ਜਾ ਸਕਦਾ ਗਾ। ਹੁਣ ਕੀ ਆ ਵੀ ਆਪਣਾ ਜਿਹੜਾ ਸੀ ਜੋ ਗੱਗਾ, ਜੋ ਗੱਗਾ ਕੀ ਹੈ, ਇਹ ਸੰਗੋਸ਼ ਜਾਂ ਨਾਦੀ ਧੁਨੀ ਹੈ। ਦੋਵੇਂ ਹੀ ਕੀ ਨੇ ਵੀ, ਇਹ ਨਾਦੀ ਨਹੀਂ ਗੀਆਂ। ਇਹ ਆਈ ਸਮਝ। ਨਾਦੀ ਦੀ ਤੁਹਾਨੂੰ ਇੱਥੇ ਮੈਂ ਜਿਹੜੀ ਇਹ ਪਰਿਭਾਸ਼ਾ ਦਿੱਤੀ, ਜਿੱਥੇ ਸਾਡੀ ਸੁਰ ਤੰਦ ਆ, ਗੱਗਾ, ਗੱਗੇ ਦਾ ਤੁਸੀਂ ਦੇਖੋ ਬਿਲਕੁਲ ਹੀ ਬਹੁਤ ਹੀ ਸੂਖਮ ਤਰੀਕੇ ਦੇ ਨਾਲ ਇਹ ਮਹਿਸੂਸ ਕਰਨ ਵਾਲੀ ਚੀਜ਼ ਆ। ਇੱਥੇ ਆ ਕੇ ਸੁਰ ਤੰਦਾਂ ਜਿੱਥੇ ਆਵਾਜ਼ ਜਿਹੜੀ ਪੈਦਾ ਕਰ ਰਹੀਆਂ ਨਾ ਗਲ ਦੇ ਵਿੱਚ, ਜਿਹੜੀਆਂ ਮਾਸਪੇਸ਼ੀਆਂ ਨੇ, ਉੱਥੇ ਕੀ ਹਲਕੀ ਹਲਕੀ ਕੀ ਹੈ, ਇੱਕ ਕੰਪਨ ਜਿਹੀ ਪੈਦਾ ਹੋ ਰਹੀ ਹੈਗੀ। ਜਿਹੜਾ ਅਸੀਂ ਨਾਦ ਪੈਦਾ ਹੋ ਰਿਹਾ, ਘੋਸ਼ ਪੈਦਾ ਹੋ ਰਿਹਾ, ਉਹ ਇਹ ਹੈਗਾ। ਇਹਦਾ ਇਹਨਾਂ ਦੋਵਾਂ ਦੇ ਨਾਲੋਂ ਇਹ ਅੰਤਰ ਆਗਾ। ਕੀ ਆ, ਅਘੋਸ਼ ਆ ਤੇ ਘੋਸ਼ ਆ। ਪਰ ਇਸ ਦੀ ਕੀ ਆ, ਇਹ ਸਾਂਝ ਕਿਹਦੇ ਨਾਲ ਆ, ਇਹ ਅਲਪ ਪ੍ਰਾਣ ਆ। ਇਸ ਦੀ ਸਾਂਝ ਇਹ ਕੀ ਆ, ਇਧਰੋਂ ਗੱਗੇ ਨਾਲ ਆ, ਕੱਕੇ ਨਾਲ ਆ। ਕੱਕਾ ਕੀ ਆ, ਕੱਕਾ ਵੀ ਅਲਪ ਪ੍ਰਾਣ ਆ ਤੇ ਗੱਗਾ ਵੀ ਕੀ ਆ, ਅਲਪ ਪ੍ਰਾਣ ਆ। ਜਦੋਂ ਆਪਾਂ ਗੱਗਾ ਕਿਹਾ, ਗੱਗਾ ਸਿੱਧੀ ਜਿਹੜੀ ਆ ਕੇ ਆਪਣੀ ਜਿਹੜੀ ਹਵਾ ਸੀ ਉਹ ਮੂੰਹ ਦੇ ਵਿੱਚੋਂ ਬੜੀ ਆਸਾਨੀ ਦੇ ਨਾਲ ਬਾਹਰ ਨਿਕਲ ਗਈ। ਦੋਵੇਂ ਕੀ ਨੇ ਬਈ, ਇਹ ਅਲਪ ਪ੍ਰਾਣ ਨੇ। ਦੇਖੋ ਇਹ ਇਹਨਾਂ ਦੇ ਵਿਚਾਲੇ ਦੋਵਾਂ ਵਿੱਚ ਸਾਂਝ ਹੈ। ਇਹ ਵੀ ਤੁਹਾਨੂੰ ਬਿਲਕੁਲ ਬਰੀਕ ਤੋਂ ਬਰੀਕ ਪ੍ਰਸ਼ਨ ਕਿਤੇ ਵੀ ਪੁੱਛਿਆ ਜਾ ਸਕਦਾ ਕਿ ਗੱਗੇ ਅਤੇ ਕੱਕੇ ਦੇ ਵਿੱਚ ਇਹਨਾਂ ਦੇ ਉਚਾਰਨ ਸਥਲ ਦੀ ਜਾਂ ਇਹਨਾਂ ਦੇ ਵਿੱਚ ਆਪਸ ਵਿੱਚ ਦੀ ਕੀ ਸਾਂਝ ਆ ਗਈ। ਬਿਲਕੁਲ ਸਿੱਧਾ ਦੱਸਣਾ ਹੋਵੇ ਕਿ ਇਹ ਦੋਵੇਂ ਚੱਚੇ ਵਰਗ ਦੇ ਨੇ, ਕੰਠੀ ਨੇ, ਉਸ ਤੋਂ ਬਾਅਦ ਜਦੋਂ ਤੁਸੀਂ ਸਪੈਸ਼ਲ ਦੇਖੋਗੇ ਵੀ ਕੱਕੇ ਤੇ ਗੱਗੇ ਦੇ ਵਿਚਾਲੇ ਤਾਂ ਸਾਂਝ ਆ, ਕੰਠੀ ਵਾਲੀ ਆ ਕੱਕੇ ਵਰਗੇ, ਖੱਖੇ ਨਾਲ ਕੀ ਨਹੀਂ ਸਾਂਝ, ਉਹ ਫਿਰ ਇਹਦੇ ਵਿੱਚ ਇਹ ਜਿਹੜਾ ਫਰਕ ਆ ਜਾਊਗਾ। ਜਿਹੜਾ ਗੱਗਾ
ਤੇ ਜਿਹੜਾ ਕੱਕਾ ਗਾ ਇਹ ਦੋਵੇਂ ਅਲਪ ਪ੍ਰਾਣ ਨੇ ਤੇ ਜਿਹੜਾ ਖੱਖਾ ਉਹ ਮਹਾਪ੍ਰਾਣ ਆ। ਤੇ ਪਹਿਲਾਂ ਆਪਾਂ ਇਸ ਬਾਰੇ ਪਰਿਭਾਸ਼ਾ ਜਿਹੜੀ ਕਰ ਹੀ ਲਈ ਆ, ਮਹਾਪ੍ਰਾਣ ਨਾਲ ਪ੍ਰਾਣ ਸੰਘੋਸ਼ ਜਿਹੜੀਆਂ ਕੀ ਧੁਨੀਆਂ ਨੇ। ਆਈ ਸਮਝ? ਉਸੇ ਤਰੀਕੇ ਦੇ ਨਾਲ ਜਿਹੋ ਜੀ ਕੱਕੇ ਦੀ ਤੇ ਖੱਖੇ ਦੀ ਸਾਂਝ ਆ ਤੇ ਇਹਨਾਂ ਵਿੱਚ ਅੰਤਰ ਆ, ਉਵੇਂ ਹੀ ਅੱਗੋਂ ਆ ਕੇ ਜਿਹੜਾ ਚੱਚਾ ਤੇ ਛੱਛਾ ਗਾ ਉਵੇਂ ਹੀ ਅੱਗੋਂ ਜਿਹੜਾ ਸੀਗਾ ਟੈਂਕੇ ਠੱਠਾ ਆ ਜਾਊਗਾ। ਹੇਠਾਂ ਤਾਈਂ ਜਿਹੜੇ ਸੀ ਪੱਪੇ ਜਿਹੜੀ ਵਾਲੀ ਲਾਈਨ ਤੇ ਦੰਤੀ ਧੁਨੀਆਂ ਤਾਈਂ ਇਹ ਚੱਲਦੀ ਰਹੂਗੀ। ਉਹ ਤੁਸੀਂ ਆਪਣੇ ਆਪ ਹੀ ਜਿਹੜਾ ਸਮਝ ਸਕਦੇ ਹੋ। ਜੇਕਰ ਕਿਸੇ ਨੂੰ ਉਹ ਨਾ ਸਮਝ ਆਵੇ ਤਾਂ ਦੱਸ ਦਿਓ, ਬਿਲਕੁਲ ਆਸਾਨੀ ਦੀ ਚੀਜ਼ ਨਹੀਂ, ਆਈ ਹੀ ਉਹ ਜਿਹੜਾ ਅੱਗੋਂ ਬਣਾਉਣਾ ਗਾ। ਹੁਣ ਕੀ ਆ ਜਿਹੜਾ ਥੋੜ੍ਹਾ ਜਿਹਾ ਇਸ ਬਾਰੇ ਵੀ ਆਪਾਂ ਦੱਸ ਦਈਏ, ਕੱਲ੍ਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ, ਇਹ ਜਦੋਂ ਇਹਨਾਂ ਦਾ ਹੁਣ ਘੱਗੇ ਦਾ ਉਚਾਰਨ ਕਰਦੇ ਆ ਉਦੋਂ ਕੀ ਹੈਗਾ ਬਈ ਇਹ ਅਲੱਗ-ਅਲੱਗ ਜਿਹੜਾ ਹੁੰਦਾ ਗਾ ਸ਼ਬਦ ਦੇ ਵਿੱਚ, ਜਦੋਂ ਅਖੀਰ ਦੇ ਵਿੱਚ ਆਉਂਦਾ ਉਹ ਗੱਗੇ ਵਾਲਾ ਲੈ ਲੈਂਦਾ, ਜਦੋਂ ਅੱਗੇ ਆਉਂਦਾ ਉਦੋਂ ਕੱਕੇ ਵਾਲਾ ਲੈ ਲੈਂਦਾ। ਇਹਨਾਂ ਦੇ ਜਿਹੜੀ ਸੀਗੀ ਸੰਘੋਸ਼ ਸੀਗਾ, ਜਿਹੜੀ ਸਾਡੇ ਸੁਰ ਤੰਦਾਂ ਦੇ ਵਿੱਚ ਕੀ ਹੁੰਦੀ ਸੀ, ਕੰਪਨ ਪੈਦਾ ਹੁੰਦੀ ਸੀਗੀ ਤੇ ਨਾਲ ਹੀ ਕੀ ਜਦੋਂ ਹੁੰਦਾ ਸੀ ਆਵਾਜ਼ ਫਰਾਟੇ ਨਾਲ ਨਿਕਲਦੀ ਸੀ ਤੇ ਕੁਦਰਤੀ ਰੂਪ ਵਿੱਚ ਉਹ ਘੱਗੇ ਦੀ ਆਵਾਜ਼ ਸੀ। ਪਰ ਉਹ ਅੱਜ ਜਦੋਂ ਪੰਜਾਬੀ ਲੋਕ ਪੰਜਾਬੀ ਬੋਲਦੇ ਆ ਤਾਂ ਇਹ ਕੀ ਆ, ਇਸ ਦਾ ਉਚਾਰਨ ਨਹੀਂ ਹੁੰਦਾ ਗਾ। ਆਈ ਸਮਝ ਬਈ? ਹੁਣ ਕੀ ਆ ਜਾਓ ਆਪਣੇ ਨਾਸਕੀ ਲਾ ਲਓ ਬਈ, ਕੱਕਾ ਖੱਖਾ ਗੱਗਾ ਗੱਗਾ ਗਈਆਂ। ਆਈ ਸਮਝ? ਹੁਣ ਇਸ ਵੇਲੇ ਨਾ ਤਾਂ ਵੀ ਇਹ ਮਹਾਪ੍ਰਾਣ ਆ, ਨਾ ਕੋਈ ਅਲਪ ਪ੍ਰਾਣ ਆ, ਨਾ ਕੋਈ ਅਘੋਸ਼ ਆ, ਨਾ ਕੋਈ ਸੰਘੋਸ਼ ਆ। ਇਸ ਦੀ ਅਪਾਰਨੀ ਆ, ਜੀਭ ਸਾਡੀ ਕੰਠ ਦੇ ਨਾਲ ਟਕਰਾਈ, ਆਵਾਜ਼ ਨੱਕ ਦੇ ਰਾਹੀਂ ਨਿਕਲ ਗਈ ਤੇ ਇਸ ਦਾ ਉਚਾਰਨ ਹੋ ਗਿਆ ਬਿਲਕੁਲ ਆਸਾਨੀ। ਜਦੋਂ ਕਿਸੇ ਧੁਨੀ ਦੀ ਆਵਾਜ਼ ਕੀ ਹੋਵੇ ਬਈ ਨੱਕ ਰਾਹੀਂ ਨਿਕਲਦੀ ਹੈ, ਜੀਭ ਦੀ ਹਰਕਤ ਹੋਵੇ ਮੂੰਹ ਦੇ ਵਿੱਚ, ਇਹ ਗੱਲ ਖਾਸ ਰੂਪ ਦੇ ਵਿੱਚ ਧਿਆਨ ਰੱਖਣ ਵਾਲੀ ਹੈ ਨੀਏ ਦੀ ਕਿ ਸਾਡੀ ਜਿਹੜੀ ਹੈ ਜੀਭ ਦੀ ਹਰਕਤ ਹੋਵੇ, ਉਸ ਵੇਲੇ ਹੀ ਕੀ ਆ ਇਹ ਵਿਅੰਜਨ ਧੁਨੀ ਹੋਊਗੀ। ਆਈ ਸਮਝ ਬਈ? ਜੇਕਰ ਸਾਡੀ ਜਿਹੜੀ ਆ ਗਈ ਕਿ ਜੀਭ ਨੇ ਕੋਈ ਹਰਕਤ ਨਹੀਂ ਕੀਤੀ, ਸਿਰਫ ਜਿਹੜੀ ਹਵਾ ਆ ਗਈ ਉਹ ਕੇਵਲ ਤੇ ਕੇਵਲ ਨੱਕ ਰਾਹੀਂ ਜਿਹੜੀ ਆ ਬਾਹਰ ਨਿਕਲ ਗਈ, ਉਸ ਵੇਲੇ ਅਸੀਂ ਉਸ ਨੂੰ ਕੀ ਨਹੀਂ ਕਹਿ ਸਕਦੇ, ਵਿਅੰਜਨ ਧੁਨੀ ਨਹੀਂ ਕਹਿ ਸਕਦੇਗੇ। ਥੋੜ੍ਹੀ ਜਿਹੀ ਹਲਕੀ ਜਿਹੀ ਤੁਹਾਨੂੰ ਇਹ ਡੈਫੀਨੇਸ਼ਨ ਇੱਥੇ ਜਿਹੜੀ ਪਰਿਭਾਸ਼ਾ ਲਿਖ ਦਿੰਨਾ ਗਾ। ਇਹ ਬਹੁਤ ਹੀ ਜ਼ਿਆਦਾ ਨੋਟ ਕਰਨ ਵਾਲੀ ਚੀਜ਼ ਹੈ। ਦੁਬਾਰਾ ਇਸ ਦੇ ਬਾਰੇ ਵਾਰ-ਵਾਰ ਆਪਾਂ ਇਸ ਦਾ ਕੀ ਅੱਗੇ ਅੱਗੇ ਜਿਵੇਂ ਜਿਵੇਂ ਇਹਨਾਂ ਦਾ ਅਧਿਐਨ ਕਰਦੇ ਜਾਵਾਂਗੇ, ਇਸ ਦਾ ਆਪਾਂ ਕੀ ਇਹਦੇ ਵਿੱਚ ਅੰਤਰ ਜਾਂ ਇਸ ਦਾ ਜਿਹੜਾ ਸੀਗਾ ਤੁਲਾਤਮਿਕ ਅਧਿਐਨ ਜਾਂ ਕੰਪੈਰੀਜ਼ਨ ਆਪਾਂ ਕਰਦੇ ਜਾਵਾਂਗੇ। ਵੈਸੇ ਆਪਾਂ ਸਰਲ ਤੋਂ ਸਰਲ ਜਿਹੜੀ ਪਰਿਭਾਸ਼ਾ ਕੀ ਵਿਅੰਜਨ ਧੁਨੀ ਦੀ ਇਹੀ ਲਿਖ ਸਕਦੇ ਹਾਂ, ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਮੂੰਹ ਦੇ ਵਿੱਚੋਂ ਜਿਹੜੀ ਹਵਾ ਗਈ ਉਹ ਕਿਸੇ ਅੰਗ ਦੇ ਨਾਲ ਮੂੰਹ ਦੇ ਅੰਗ ਵਿਚਲੇ ਟਕਰਾ ਕੇ ਆਉਂਦੀ ਹੈ। ਜਿਵੇਂ ਇਸ ਦੀ ਪਰਿਭਾਸ਼ਾ ਕਿ ਵੈਸੇ ਇਹ ਵੀ ਕਿਹਾ ਜਾਂਦਾ ਗਾ ਕਿ ਜਿਨ੍ਹਾਂ ਦਾ ਧੁਨੀਆਂ ਦਾ ਉਚਾਰਨ ਸਵਰਾਂ ਦੇ ਸਹਿਯੋਗ ਨਾਲ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਗਾ, ਵਿਅੰਜਨ ਕਿਹਾ ਜਾਂਦਾ। ਪਰ ਇਸ ਦੀ ਜਿਹੜੀ ਸਰਲ ਤੋਂ ਸਰਲ ਮੁੱਢਲੀ ਜਿਹੜੀ ਵਿਆਖਿਆ ਇਹ ਆ ਕਿ ਸਵਰ ਦੇ ਆਪਾਂ ਇਸ ਤੋਂ ਉਲਟ ਕਰ ਸਕਦੇ ਹਾਂ ਕਿ ਸਵਰ ਧੁਨੀ ਦੀ ਵਿਆਖਿਆ
आई समझ भी। ये तुहानू तां दस रहा सी क्योंकि अपनी जिहड़ी इत्थे स्थिति ही ऐसी बन गई सी कि इत्थे अपने ईए दी जिहड़ी गल होण जा रही सी, क्योंकि सिद्धा ही कह दिंदे आगे कि जदों आह सीगा नासकी धुनी किहड़ी हैगी, जिहड़ा आह सीगा अपना ईया गा उस नूं नासकी कह दित्ता। नासकी दे नाल जिहड़ी कंठी भी है, नासकी तां कल्ली आपां बिंदी ते टिप्पी नूं भी नासकी ही कहने आगे, पर जदों बिंदी ते टिप्पी का उचारण करते हैं उस वेले साडी जीभ दा जां साडे मूँह दा कोई होर अंग हरकत नहीं करता, पर वो साडा अलग जिहड़ा सीगा विशा गा। इस करके क्योंकि जदों असीं यइए दा नन्ने दा मम्मे दा उचारण किया, वो नाल दी नाल कि साडे मूँह दे अंग भी हरकत करते पे सी ते हवा भी कित्थों निकल रही सी, नक राहीं निकल रही सी। पर उस वेले की आ दूजे जिहड़े इधर होए आ, ना तां संघोश हो रहा, जिहड़े सी संघोश महाप्राण सीगा सुर तंदा ना उत्थे नाद पैदा हो रहा सी, ना बेनादियां सी जां फराटा निकले, कुछ भी नहीं सीगा इहो जिहा। सिर्फ जिहड़ी सी जिहड़ी जीभ साडी कंठ दे नाल लगी ते आ हवा नक राहीं निकल गई। ये तुसीं करके देख लो, ईए दा जिहड़ा उचारण सही होऊगा। उस तो बाद की थल्ले आ जांदा ईया आ जांदा, फिर जिहड़ा सीगा नाना आ जांदा, नाना फिर आ जांदा अपना नन्ना आ जांदा, फिर मम्मा आ जांदा, सारे दा सारा नासकी धुनियां दा इस तरह उचारण आ जांदा। हुण आ जाओ बई जिहड़े संघर्षी धुनियां गईयां, संघर्षी धुनियां दा की आपां कहने आ सा, आई समझ बई। आपां कहने सस्से प्यार बिंदी श, छै नहीं गा श, आई समझ बई। इस वेले की यह सस्सा जदों आपां सीधा सस्सा बोलिया आपां जानदे वो दंती हैगी धुनी है, जिहड़ा उसदा जिहड़ा सी जीभ दे विच हरकत किहड़ी हैगी वो दंदां वाली है। ते जिहड़ी आ यह जिहड़ी हवा साडे मूँह दे विचों किवें निकली बई, वो संघर्ष करदी होई बाहर निकली। हाँ आई समझ बई। सस्सा बोलते हैं जिहड़ा आपां सीधा आपां जिहड़ा सस्सा बोलिया, जिहड़ा असीगा सस्से पैर बिंदी आपां बोलते शुरुआत बोलते हैं, शेख बोलते आंगे, जिहड़ा पुरश बोलते हैं, उस वेले की आ ओहो जे अपनी जिहड़ी तालवी धुनी है जिहड़ी अगे इत्थे मैं तुहानूं चार्ट बना के दस, उदों भी की है ओहो संघर्ष करके साडे मूँह विचों हवा बाहर निकलदी है। हुण इस दा ही उल्ट की बन जूगा, असंघर्षी धुनी का की बन जूगा, परिभाषा बन जूगी इसकी। इस नूं आपां उल्ट करके जिहड़ा सी परिभाषित कर देवांगे, बोल के दस देना। जदों किसी धुनी के उचारण वेले साडा जिहड़ा साह फेफड़ियां दा ओहो बिना संघर्ष कीते सीधा ही निकलदे यईया ते वावा, ते ओह की हो जाती अपनी असंघर्षी धुनी हो जाती है। लिख देना इत्थे be
ਆਈ ਸਮਝ। ਆਪਾਂ ਵਾਵਾ ਬੋਲਦੇ ਆ, ਉਸ ਵੇਲੇ ਕੀ ਆ, ਵਾਵਾ ਸਿੱਧਾ ਬੋਲਿਆ, ਵਾਵਾ ਕੀ ਆ, ਨਾਲ ਹੀ ਕੀ ਆ, ਹੁੰਠੀ ਆ ਸਾਡੀ ਜਿਹੜੀ ਬਿਨਾਂ ਕਿਧਰੇ ਨਾ ਕੋਈ ਉਸ ਦੇ ਵਿੱਚ ਨੱਕ ਰਾਹੀਂ ਨਿਕਲੀ, ਨਾ ਕਿਧਰੇ ਸੰਗੋਸ਼, ਨਾ ਕਿਧਰੇ ਅਗੋਸ਼, ਨਾਲ ਪ੍ਰਾਣ ਸਿੱਧੀ ਹਵਾ ਮੂੰਹ ਦੇ ਵਿੱਚੋਂ ਨਿਕਲ ਗਈ। ਅਸੀਂ ਯਈਆ ਬੋਲਿਆ, ਯਈਆ ਕੀ ਆ, ਤਾਲ ਵੀ ਆ ਗਿਆ ਆਪਣਾ, ਕਠੋਰ ਤਾਲ ਵੀ ਆ, ਯਈਆ ਸਿੱਧਾ ਸਾਡੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਗਿਆ। ਉਸੇ ਤਰੀਕੇ ਦੇ ਨਾਲ ਜਿਹੜਾ ਸੀਗਾ ਕੰਬਮਾਂ, ਫਟਕਮਾਂ ਤੇ ਪਾਰਸ਼ਵਿਕ ਜਿਹੜੀਆਂ ਧੁਨੀਆਂ ਗਈਆਂ। ਜਿਹੜੇ ਦੋਵੇਂ ਲੱਲੇ ਆ ਉਹ ਕੀ ਨੇ, ਪਾਰਸ਼ਵਿਕ ਧੁਨੀਆਂ ਜਾਂ ਜਿਨ੍ਹਾਂ ਨੂੰ ਪਾਸੇਦਾਰ ਕਿਹਾ ਜਾਂਦਾ ਹੈਗਾ। ਉਹਨਾਂ ਦੀ ਦੇਖਣ ਦੀ ਜ਼ਰੂਰਤ ਹੈ। ਆਪਾਂ ਲੱਲਾ ਬੋਲਿਆ, ਸਾਡੀ ਜਿਹੜੀ ਜੀਭ ਸੀ ਤਾਲੂਏ ਦੇ ਨਾਲ ਮੁੜ ਕੇ ਲੱਗ ਗਈ, ਹਵਾ ਬਾਹਰ ਜਿਹੜੀ ਆ ਪਾਸੇ ਤੋਂ ਨਿਕਲ ਗਈ, ਤੇ ਜਿਹੜੀ ਜੀਭ ਆ ਗਈ ਉਸ ਦਾ ਉਚਾਰਨ ਅਖੀਰ ਦੇ ਵੇਲੇ ਉਹ ਪੁੱਠੀ ਹੋ ਕੇ ਡਿੱਗ ਪਈ, ਉਸ ਨੂੰ ਪਾਰਸ਼ਵਿਕ ਧੁਨੀ ਕਹਿ ਦਿੰਦੇ। ਇੱਥੇ ਲਿਖਣ ਦੀ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਜ਼ਰੂਰਤ ਨਹੀਂ, ਸਿੱਧਾ ਹੀ ਤੁਸੀਂ ਜਿਹੜਾ ਇਸ ਦਾ ਉਚਾਰਨ ਕਰ ਸਕਦੇ ਹੋ। ਲੱਲੇ ਦੋਵੇਂ, ਜਿਹੜਾ ਇੱਕ ਲੱਲਾ ਕੀ ਆ, ਦੰਤੀ ਆ, ਤੇ ਇੱਕ ਕੀ ਆ, ਉਲਟ ਜੀਭੀ ਹੈਗਾ। ਉਲਟ ਜੀਭੀ ਦਾ ਮੈਂ ਤੁਹਾਨੂੰ ਕੱਲ ਦੱਸੀ ਸੀ ਕਿ ਜਦੋਂ ਜੀਭ ਪਲਟ ਜਾਵੇ, ਲੱਲਾ ਜਿਹੜਾ ਸੀਗਾ, ਲੱਲਾ ਸਾਡੇ ਤਾਲੂਏ ਦੇ ਨਾਲ ਜਿਹੜੀ ਜੀਭ ਲੱਗੀ ਪਾਸੇ ਦੀ, ਜਦੋਂ ਹਵਾ ਨਿਕਲੇ, ਇਹਨਾਂ ਨੂੰ ਪਾਸੇਦਾਰ ਧੁਨੀਆਂ ਵੀ ਕਿਹਾ ਜਾਂਦਾ, ਉਸ ਨੂੰ ਕੀ ਜਾਂਦਾ, ਪਾਰਸ਼ਵਿਕ ਧੁਨੀ ਕਿਹਾ ਜਾਂਦਾ। ਫਟਕਮਾ ਜਿਹੜਾ ਹੁੰਦਾ ਹੈਗਾ, ਅਡਾੜਾ, ਜਦੋਂ ਜੀਭ ਜਿਹੜੇ ਸੀ ਤਾਲੂਏ ਦੇ ਨਾਲ ਲੱਗ ਕੇ ਯਕਦਮ ਸਾਹ ਜਦੋਂ ਨਿਕਲਣ ਤੋਂ ਬਾਅਦ ਫਿਰ ਦੁਬਾਰਾ ਹੇਠਾਂ ਵੱਜੇ, ਉਹ ਕੀ ਆ, ਆਪਣਾ ਫਟਕਮਾ ਜਿਹੜਾ ਹੁੰਦੀ ਆ, ਧੁਨੀ ਹੁੰਦੀ ਆ, ਅਡਾੜਾ ਕਿਹਾ ਜਾਂਦਾ। ਅਡਾੜਾ ਨਾਲ ਹੀ ਕੀ ਆ ਬਈ, ਉਹ ਉਲਟ ਜੀਭੀ ਵੀ ਆ। ਜਦੋਂ ਇਸ ਨੂੰ ਬੋਲਿਆ ਆਪਣੀ ਜੀਭ ਵੀ ਕਿੱਥੇ ਲੱਗ ਗਈ, ਤਾਹਾਂ ਲੱਗ ਗਈ, ਕਿੱਥੇ, ਤਾਲੂਏ ਦੇ ਨਾਲ ਲੱਗ ਗਈ। ਕੰਬਮਾ ਕੀ ਆ, ਰਾਰਾ ਗਾ, ਆਹ ਕੰਬਮਾ ਸੀਗਾ, ਰਾਰਾ ਧੁਨੀ ਹੈਗੀ ਜਿਹੜੀ, ਉਹ ਕੀ ਹੈਗਾ, ਰਾਰਾ ਦੰਤੀ ਹੈਗਾ, ਜਿਹੜੀ ਹਵਾ ਜਿਹੜੀ ਆਪਣੀ ਜੀਭ ਕੰਪਨ ਤੋਂ ਬਾਅਦ ਨਿਕਲੀ ਆ। ਇੱਕ ਚੀਜ਼ ਮੈਂ ਇੱਥੋਂ ਮਿਸ ਕਰ ਗਿਆ ਸੀ, ਸੰਘਰਸ਼ੀ ਦੇ ਵਿੱਚ ਸੱਸਿਆਂ ਦੇ ਨਾਲ ਇੱਕ ਹਾਹਾ ਗਾ ਜਿਹੜਾ, ਉਹ ਵੀ ਆਉਂਦਾ ਗਾ। ਹਾਹਾ ਕੀ ਹੈਗਾ, ਆਪਾਂ ਦੇਖਦੇ ਹਾਂ ਇਸ ਦਾ ਜਿਹੜਾ ਉਚਾਰਨ ਸਥਲ ਹੈਗਾ ਉਹ ਕਿੱਥੋਂ ਹੁੰਦਾ ਗਾ, ਜਿਹੜੀ ਆਪਣੇ ਗਲ ਦੇ ਵਿੱਚ ਬਿਲਕੁਲ ਹੇਠਾਂ ਤੋਂ ਜਿਹੜਾ ਸੀਗਾ ਆਪਣਾ, ਜਿੱਥੋਂ ਤੁਹਾਨੂੰ ਦੱਸ ਰਿਹਾ ਸੀ ਸੁਰ ਯੰਤਰੀ ਜਿੱਥੋਂ ਬੋਲਿਆ ਜਾਂਦਾ, ਤੁਸੀਂ ਉਹ ਡਾਇਆਗ੍ਰਾਮ ਦੇਖੋਗੇ ਉੱਥੋਂ ਪਤਾ ਲੱਗ ਜੂਗਾ, ਉਸ ਸਥਲ ਤੋਂ ਹੁੰਦਾ ਹੈਗਾ। ਉਸ ਵੇਲੇ ਕੀ ਇਹ ਸੰਘਰਸ਼ ਕਰਦੀ ਹੋਈ ਜਿਹੜੀ ਧੁਨੀ ਆਉਂਦੀ ਹੈ। ਜੇਕਰ ਹਾਹੇ ਦੀ ਧੁਨੀ ਸੰਘਰਸ਼ ਨਾ ਕਰੇ ਤਾਂ ਉਹ ਕਿਹਦੇ ਵਾਂਗੂ ਕੰਮ ਕਰੂਗੀ ਬਈ, ਉਹ ਸਵਰ ਧੁਨੀ ਹੀ ਬਣ ਜਾਊਗੀ। ਕਿਉਂਕਿ ਹਾਹਾ ਬੋਲਣ ਵੇਲੇ ਨਾ ਤਾਂ ਕਿਧਰੇ ਸਾਡੇ ਕੀ ਆ ਕੋਈ ਅਗੋਸ਼ ਪੈਦਾ ਹੁੰਦਾ, ਨਾ ਬੁੱਲਾਂ ਨਾਲ ਟਕਰਾਉਂਦੀ ਆ, ਸਿਰਫ ਹਾਹਾ ਬੋਲਦੇ ਆ ਜਦੋਂ, ਉਸ ਵੇਲੇ ਕੀ ਆ ਇਹਦੇ ਸਾਡੇ ਜਿਹੜੇ ਗਲ ਦੇ ਵਿੱਚੋਂ ਜਿਹੜਾ ਸਾਹ ਹੈਗਾ ਉਹ ਘਿਸੜ ਕੇ ਬਾਹਰ ਆਉਂਦਾ ਹੈਗਾ। ਇੱਕ ਤੁਹਾਨੂੰ ਇਹਦੇ ਨਾਲ ਹੀ ਜਿਹੜੀ ਭਾਵੇਂ ਉਹ ਅਲੱਗ ਮੁੱਦਾ ਹੈਗਾ, ਪਰ ਇੱਕ ਤੁਹਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲੀ ਜਿਹੜੀ ਗੱਲ ਆ ਉਹ ਹੋਰ ਦੱਸਦਾ ਹਾਂ। ਇਹਦੇ ਬਹੁਤ ਵਾਰੀ ਪੈਰ ਦੇ ਵਿੱਚ ਹਾਹਾ ਲਾਉਣ ਦੇ ਵਿੱਚ ਬਹੁਤ ਸਾਰੇ ਗਲਤੀ ਕਰਦੇ ਹੈਗੇ। ਜਿਹੜਾ ਇਸ ਦਾ ਉਚਾਰਨ ਸਥਲ ਕਿੱਥੇ ਆ, ਇੱਥੇ ਸੁਰ ਯੰਤਰੀ ਦੇ ਵਿੱਚ ਹੈਗਾ ਆਪਣਾ, ਹੇਠਾਂ ਬਿਲਕੁਲ ਇੱਥੇ ਹਾਹਾ। ਉਹ ਦੇਖੋ ਕਿੱਥੋਂ ਜਿਹੜੀ ਹਵਾ ਨਿਕਲਦੀ ਹੈ। ਆਪਾਂ ਜਦੋਂ ਪੈਰ ਦੇ ਵਿੱਚ ਹਾਹਾ ਲਾਉਣੇ, ਆਪਾਂ ਪੜਦਾ ਨਹੀਂ ਹੈ ਕਿ ਪੜਦਾ, ਇਹ ਵੈਸੇ ਅਲੱਗ ਟੌਪਿਕ ਦਾ ਤੁਹਾਨੂੰ ਇਹ ਗੱਲ ਕਰ ਰਹੇ ਸੀ, ਉਦਾਹਰਨ ਇਹ ਤੁਹਾਨੂੰ ਸੌਖਾ ਵੀ ਸਮਝ ਆ ਜੂਗੀ। ਜਦੋਂ ਅਸੀਂ ਕਿਸੇ ਚੀਜ਼ ਦਾ ਉਚਾਰਨ ਕਰਦੇ, ਸਾਡਾ ਹੇਠਾਂ ਜਿਹੜੀ ਆ ਇੱਥੇ ਦਬਾਅ ਉਹ ਆ ਜੇ, ਹਵਾ ਨਿਕਲੇ, ਇੱਥੇ ਹਰਕਤ ਆ ਜੇ ਸੁਰੇ, ਉਹ ਉੱਥੇ ਕੀ ਆ ਜਾਂਦੀ ਆ, ਪੈਰ 'ਚ ਹਾਹਾ ਲੱਗ ਜਾਂਦਾ। ਜਿਵੇਂ ਆਪਾਂ ਇੱਕ ਪੜ੍ਹਦਾ ਲਿਖਦੇ, ਕਿਹੜੀ ਜਮਾਤ ਵਿੱਚ ਪੜ੍ਹਦਾ ਹੈ, ਇੱਕ ਉੱਥੇ ਹਾਹਾ ਨਾ ਲਾਈਏ, ਉਹ ਸਿੱਧਾ ਪੜਦਾ ਬਣ ਜੂ, ਬਾਰੀ 'ਤੇ ਪਾਉਣ ਵਾਲਾ ਪੜਦਾ, ਕਿ ਜਿਹੜਾ ਅਸੀਂ ਪੜਦੇ ਨੂੰ ਲਮਕਾ ਦਿਓ। ਉਮੀਦ ਕਰਦਾ ਤੁਹਾਨੂੰ ਜਿਹੜਾ ਇਹ ਅੱਜ ਦਾ ਜਿਹੜਾ ਚਾਰਟ ਹੈਗਾ ਪੂਰੀ ਤਰੀਕੇ ਦੇ ਨਾਲ ਸਮਝ ਆ ਗਿਆ ਹੋਊਗਾ। ਕੋਈ ਗੱਲ ਮੇਰੇ ਤੋਂ ਬਾਈ ਚਾਂਸ ਇੱਧਰ ਉੱਧਰ ਦੀ ਰਹਿ ਗਈ ਹੋਵੇ ਤਾਂ ਜ਼ਰੂਰ ਮੈਨੂੰ ਦੱਸ ਦਿਓ, ਕਿਉਂਕਿ ਐਡਾ ਵੱਡਾ ਟੌਪਿਕ ਆ। ਕਈ ਵਾਰ ਇਨਸਾਨ ਹੈਗਾ ਉਹ ਗਲਤੀ ਦੇ ਨਾਲ ਇੱਧਰ ਉੱਧਰ ਲਿਖ ਦਿੰਦਾ, ਇਸ ਨੂੰ ਚੈੱਕ ਕਰ ਲਿਓ। ਪਰ ਮੈਂ ਤੁਹਾਨੂੰ ਉਮੀਦ ਦੇ ਨਾਲ ਇਹ ਗੱਲ ਕਹਿਣਾ, ਆਪਣਾ 100% ਹੀ ਜਿਹੜਾ ਇਹ ਪੂਰੇ ਦਾ ਪੂਰਾ ਸਹੀ ਆ। ਫਿਰ ਵੀ ਇਨਸਾਨ ਗਲਤੀਆਂ ਦਾ ਪੁਤਲਾ, ਤੇ ਉਮੀਦ ਕਰਦਾਂਗਾ ਕਿ ਤੁਸੀਂ ਇਸ ਤੋਂ ਪੂਰਾ ਲਾਭ ਉਠਾਓਗੇ, ਵਧੀਆ ਇਸ ਦਾ ਆਨੰਦ ਮਾਣਿਆ। ਸ਼ੁਕਰੀਆ।